सत श्री अकाल जी, बहुत बहुत स्वागत है। सत श्री अकाल जी, बहुत बहुत स्वागत है। मैं जी हरीन सानी ते हमेशा की तरह वीज़ा की गलबात कर ली साडे नाल कोई ना कोई गेस्ट मौजूद होंदे ने ते अज साडे नाल वीबी वीज़ा कंसलटेंट हो अमित मुंदेला जी बैठे हुए ने। स्वागत कर लेने उन्हां दा। सत श्री अकाल, बहुत बहुत स्वागत है। सत श्री अकाल हरीन, सत श्री अकाल जी सारिਆਂ ਨੂੰ। की हाल है सर तुहाडा? बहुत वधिया, बहुत वधिया जी। बिल्कुल वधिया होना भी चाहिए, लेकिन अक्सर मैं कहनी जो भी अमृतसर आते हैं तो कुछ ना कुछ नवा लेके आते हैं, खासकर तुहाडे बच्चों लिए एक एंजल तरह वर्क करते हैं। जी जी। ते अज असीं विजिटर वीज़ा बारे गलबात करिए। बिल्कुल 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 ठीक है। ते विजिटर वीज़ा दी अज असीं गलबात करांगे। तुहाडी कोई भी इंक्वायरी है थले दिते गए नंबर ते तुसीं कॉल कर सकते हो। समटाइम फोन नहीं मिलता, तुसीं शो तो बाद भी कॉल कर सकते हो। विजिटर वीज़ा दी हुण असीं शुरुआत करदे हैं सर जी। सब तो पहला हुंदा है कि किस किस प्रोफाइल दा, किस तरह दी प्रोफाइल दा विजिटर वीज़ा लग सकदा, लाइक एज कितनी होवे, क्वालिफिकेशन की होवे, एजुकेशन की होवे। जी, सब तो ਵੱਡੀ ਗੱਲ, ਸਭ ਤੋਂ ਵੱਡਾ ਕੁਐਸਚਨ ਇਹੀ ਹੈ ਅੱਜ ਹਰ ਕਿਸੇ ਦੇ ਮਨ ਦੇ ਵਿੱਚ ਕਿ ਵਿਜ਼ਟਰ ਵੀਜ਼ਾ ਤੇ ਕੌਣ ਜਾ ਸਕਦਾ। ਸੋ ਮੇਰੇ ਕੋਲ ਕੁਝ ਜਿਹੜੇ ਪਿਛਲੇ ਮਹੀਨੇ 8-10 ਦੇ ਵੀਜ਼ਾਜ਼ ਆਏ ਨੇ, ਉਹਨਾਂ ਦੀ ਮੈਂ ਇੱਕ ਲਿਸਟ ਬਣਾਈ ਹੋਈ, ਉਹਦੇ ਵਿੱਚ ਤੁਹਾਡੇ ਇਹ ਵੀ ਸ਼ੇਅਰ ਕਰਾਂਗੇ ਕਿ ਕੀ ਕੰਮਕਾਜ ਕਰਦੇ ਨੇ ਉਹ ਔਰ ਉਹਨਾਂ ਦੀ ਏਜ ਕਿੰਨੀ ਹੈਗੀ। ਸੋ ਉਸ ਤੋਂ ਫਿਰ ਤੁਸੀਂ ਅੰਦਾਜ਼ਾ ਲਗਾ ਲੈਣਾ ਕਿ ਕੌਣ ਐਲੀਜੀਬਲ ਹੈ। ਸੋ ਸਭ ਤੋਂ ਪਹਿਲੇ ਇਹ ਸਾਰੀ ਦੀ ਸਾਰੀ ਜਿਹੜੀ ਇਨਫੋਰਮੇਸ਼ਨ ਹੈਗੀ ਸਾਡੇ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਸਭ ਪਈ ਹੋਈ ਹੈ, ਫੋਟੋਗ੍ਰਾਫਸ ਵੀ ਪਏ ਹੋਣੇ ਨੇ ਔਰ ਇਹਨਾਂ ਦੀ ਇੱਕ ਇਕੱਠੀ ਅਸੀਂ ਵੀਡੀਓ ਵੀ ਕਰਾਂਗੇ। ਸੋ ਉਹਦੇ ਨਾਲ ਵੀ ਜ਼ਿਆਦਾ ਕਲੈਰਿਟੀ ਹੋ ਜਾਏਗੀ। ਅੱਜ ਮੈਂ ਸਿਰਫ ਨਾਮ ਦਵਾਂਗਾ। ਸਭ ਤੋਂ ਪਹਿਲਾਂ ਹੈਗੇ ਜੀ ਰਣਜੀਤ ਕੌਰ, ਇਹਨਾਂ ਦੀ ਉਮਰ 51 ਇਅਰਸ ਦੀ ਸੀਗੀ ਔਰ ਇਹ ਹੋਮ ਮੇਕਰ ਸੀਗੇ। ਸੋ ਯਾਨੀ ਕਿ ਇੱਕ ਹੋਮ ਮੇਕਰ ਦਾ ਵੀ ਵੀਜ਼ਾ ਆ ਸਕਦਾ, ਬਟ ਬਸ਼ਰਤੇ ਤੁਹਾਡੇ ਕੋਲ ਸਪਾਂਸਰ ਹੋਣੀ ਚਾਹੀਦੀ ਹੈ, ਉੱਥੋਂ ਤੁਹਾਨੂੰ ਕੋਈ ਬੁਲਾਉਣ ਵਾਲਾ ਹੋਣਾ ਚਾਹੀਦਾ। ਇਹ ਜਿੰਨੇ ਵੀ ਵੀਜ਼ਾ ਮੈਂ ਤੁਹਾਡੇ ਨਾਲ ਗੱਲ ਕਰਾਂਗਾ ਸਾਰੇ ਸਪਾਂਸਰਸ਼ਿਪ ਤੇ ਆਏ ਨੇ, ਕੋਈ ਵੀ ਹੋਟਲ ਬੁਕਿੰਗ ਤੇ ਨਹੀਂ ਹੈਗਾ। ਇਹ ਚੀਜ਼ ਦਰਸ਼ਕਾਂ ਨੂੰ ਧਿਆਨ ਦੇਣ ਲਾਇਕ ਹੈ। ਉਸ ਤੋਂ ਬਾਅਦ ਅਮਰਜੀਤ ਸਿੰਘ ਜੀ ਦਾ ਹੈ 54 ਏਜ, ਫਾਰਮਰ। ਲੋਕ ਕਹਿੰਦੇ ਕਿ ਫਾਰਮਰ ਦਾ ਵੀਜ਼ਾ ਨਹੀਂ ਆਂਦਾ, ਫਾਰਮਿੰਗ ਦਾ ਵਰਕ ਪਰਮਿਟ ਲੈ ਕੇ ਚਲੇ ਜਾਈਏ, ਨਹੀਂ, ਵਿਜ਼ਟਰ ਵੀਜ਼ਾ ਵੀ ਤੁਹਾਡਾ ਆ ਸਕਦਾ ਹੈਗਾ। ਔਰ ਕੋਈ ਵੱਡੀ ਗੱਲ ਨਹੀਂ ਹੈ ਕਿ ਫਾਰਮਰ ਦੀ ਪ੍ਰੋਫਾਈਲ ਤੇ ਵੀਜ਼ਾ ਤਾਂ ਆ ਰਿਹਾ ਕਿ ਅੱਜ ਫਾਰਮ ਵਰਕਰਸ ਦੀ ਵੀ ਲੋੜ ਹੈਗੀ ਹੈ। ਸਿਰਫ ਤੁਸੀਂ ਫਾਰਮ ਵਰਕਰ ਇਹ ਨਾ ਸੋਚੋ ਕਿ ਤੁਸੀਂ ਵਰਕ ਪਰਮਿਟ ਤੇ ਹੀ ਜਾਣਾ। ਅੱਜ ਕੈਨੇਡਾ ਦੀ ਸਰਕਾਰ ਚਾਹੁੰਦੀ ਹੈ ਅਲੱਗ-ਅਲੱਗ ਪੇਸ਼ੇ ਤੋਂ ਲੋਕ ਸਾਡੇ ਕੋਲ ਆਉਣ, ਭਾਵੇਂ ਹੀ ਉਹ ਵਿਜ਼ਟਰ ਵੀਜ਼ਾ ਹੀ ਕਿਉਂ ਨਾ ਹੋਏ। ਬਸ ਇੱਕੋ ਇੱਕ ਸ਼ਰਤ ਹੈਗੀ ਹੈ, ਪ੍ਰੋਫਾਈਲ ਬਹੁਤ ਜ਼ਿਆਦਾ ਵਧੀਆ ਹੋਣਾ ਚਾਹੀਦਾ। ਸੋ ਫਾਰਮਰ ਨੂੰ ਵੀ ਵੀਜ਼ਾ ਮਿਲਦਾ ਹੈ। ਉਸ ਤੋਂ ਬਾਅਦ ਅਰਸ਼ਪ੍ਰੀਤ ਕੌਰ ਹੈ, ਉਮਰ ਹੈਗੀ 24 ਸਾਲ। ਸੋ ਕਹਿੰਦੇ 24 ਸਾਲ ਦੇ ਨੌਜਵਾਨ ਦਾ ਵੀਜ਼ਾ ਨਹੀਂ ਆਂਦਾ ਵਿਜ਼ਟਰ, ਸਟੱਡੀ ਵੀਜ਼ਾ ਹੀ ਲੱਗ ਸਕਦਾ। ਪ੍ਰਾਈਵੇਟ ਜੌਬ ਕਰਦੇ ਨੇ, ਜਸਟ ਇਹਨਾਂ ਨੇ 2-1 ਸਾਲ ਪਹਿਲੇ ਆਪਣੀ ਪੜ੍ਹਾਈ ਖਤਮ ਕੀਤੀ ਹੈ, ਪ੍ਰਾਈਵੇਟ ਜੌਬ ਕਰਦੇ ਨੇ, ਇਹਨਾਂ ਦਾ ਵੀਜ਼ਾ ਹੈ। ਪਰਮਜੀਤ ਕੌਰ 44 ਇਅਰਸ, ਪ੍ਰਾਈਵੇਟ ਜੌਬ ਕਰਦੇ ਸੀਗੇ, ਪ੍ਰਾਈਵੇਟ ਜੌਬ ਤੇ ਵੀਜ਼ਾ ਹੈ। ਇਹਦੇ ਵਿੱਚ ਮੈਂ ਗਵਰਨਮੈਂਟ ਜੌਬ ਦੇ ਜਿਹੜੇ ਵੀਜ਼ਾ ਲੱਗੇ ਨੇ ਉਹ ਮੈਂ ਇਨਕਲੂਡ ਨਹੀਂ ਕੀਤੇ, ਕਿਉਂਕਿ ਕਹਿੰਦੇ ਕਿ ਗਵਰਨਮੈਂਟ ਜੌਬ ਦਾ ਵੀਜ਼ਾ ਲੈਣਾ ਬੜਾ ਆਸਾਨ ਹੁੰਦਾ ਹਾਂ। ਤੇ ਉਸ ਤੋਂ ਬਾਅਦ ਇਹਨੇ ਕਸ਼ਮੀਰ ਕੌਰ 38, ਇਹਨਾਂ ਦੀ ਵੀ ਪ੍ਰਾਈਵੇਟ ਜੌਬ ਹੈ। ਉਸ ਤੋਂ ਬਾਅਦ ਸੁਰਮਨ 21 ਸਾਲ, ਸਟੂਡੈਂਟ ਦਾ ਵੀ ਵੀਜ਼ਾ ਆਇਆ ਹੈਗਾ। ਸੋ ਮੈਂ ਕਹਿਣਾ ਚਾਹੂੰਗਾ ਜਿਨ੍ਹਾਂ ਦਾ ਇੱਕ ਦੇ ਵਿੱਚ 5.5 ਰਹਿ ਜਾਂਦਾ, ਓਵਰਆਲ 6 ਨਹੀਂ ਹੋ ਪਾਉਂਦੇ ਜਾਂ ਫਿਰ +2 ਨੰਬਰ ਘੱਟ ਸੀ, ਆਪਣਾ ਲੱਕ ਇੱਕ ਵਾਰ ਇੱਥੇ ਵੀ ਅਜਮਾਓ। ਬਟ ਪੇਰੈਂਟਸ ਦੇ ਨਾਲ ਅਜਮਾਉਣਾ ਹੈਗਾ ਤੁਸੀਂ ਲੱਕ, ਇਕੱਲੇ ਤੁਹਾਨੂੰ ਐਜ਼ ਏ ਸਟੂਡੈਂਟ ਵੀਜ਼ਾ ਨਹੀਂ ਮਿਲਣ ਵਾਲਾ। ਹੁਣ ਜਿਹੜੇ ਅਸੀਂ 21 ਸਾਲ ਦੇ ਸਟੂਡੈਂਟ ਦੀ ਗੱਲ ਕਰ ਰਹੇ ਹਾਂ, ਇਹਨਾਂ ਦਾ ਵੀਜ਼ਾ ਜਿਹੜਾ ਕਸ਼ਮੀਰ ਕੌਰ ਦੇ ਨਾਲ ਹੋਇਆ ਜਿਨ੍ਹਾਂ ਦੀ ਉਮਰ 38 ਸਾਲ ਦੀ ਸੀਗੀ। ਸੋ ਇਹਨਾਂ ਦੋਨਾਂ ਦਾ ਵੀਜ਼ਾ ਹੋਇਆ ਹੈਗਾ, ਇਕੱਲੇ ਦਾ ਵੀਜ਼ਾ ਨਹੀਂ ਹੋਇਆ। ਉਸ ਤੋਂ ਬਾਅਦ ਕੁਲਦੀਪ ਸਿੰਘ 49, ਬਿਜ਼ਨਸਮੈਨ ਸੀਗੇ। ਸੋ ਬਿਜ਼ਨਸਮੈਨ ਨੂੰ ਵੀ ਅੱਜ ਦੀ ਡੇਟ ਦੇ ਵਿੱਚ ਵੀਜ਼ਾ ਮਿਲ ਰਿਹਾ। ਜਸਕਿੰਦਰ ਕੌਰ 44, ਹੋਮ ਮੇਕਰ, ਇਹਨਾਂ ਨੂੰ ਵੀ ਵੀਜ਼ਾ ਮਿਲਿਆ। ਸੁਮਨ 47, ਇਹਨਾਂ ਦਾ ਆਪਣਾ ਬੁਟੀਕ ਹੈਗਾ, ਵੀਜ਼ਾ ਮਿਲਿਆ। ਬਰੂ ਰਾਮ 29 ਸਾਲ ਦੇ ਫਾਰਮਰ, ਸੋ ਇਹਨਾਂ ਨੂੰ ਵੀ ਵੀਜ਼ਾ ਮਿਲਿਆ। ਸੋ ਇਸ ਤੋਂ ਤੁਸੀਂ ਅੰਦਾਜ਼ਾ ਲਗਾ ਸਕਦੇ ਹਰ ਏਜ ਗਰੁੱਪ ਨੂੰ ਅੱਜ ਵੀਜ਼ਾ ਮਿਲ ਰਿਹਾ। ਹਰ ਤਰ੍ਹਾਂ ਦਾ ਕਾਰੋਬਾਰ ਕਰਨ ਵਾਲੇ ਨੂੰ ਵੀਜ਼ਾ ਮਿਲ ਰਿਹਾ। ਹੁਣ ਤੁਹਾਡੀ ਹਿੰਮਤ ਹੈਗੀ ਆਪਣੀ ਫਾਈਲ ਨੂੰ ਕਿਸ ਤਰ੍ਹਾਂ ਪ੍ਰੈਜ਼ੈਂਟ ਕਰਦੇ ਹੋ। ਸਿਰਫ ਮੈਂ ਤੁਹਾਨੂੰ ਦੱਸਿਆ ਹੈ ਕਿ ਇਹ ਹੋਮ ਮੇਕਰ ਸੀ, ਫਾਰਮਰ ਸੀ, ਬਟ ਇਹਨਾਂ ਦੇ ਕਾਗਜ਼ਾਤ ਵੀ ਸਾਨੂੰ ਚਾਹੀਦੇ ਨੇ। ਸਿਰਫ ਐਮਬੈਸੀ ਦੇ ਵਿੱਚ ਆਪਾਂ ਲੈਟਰ ਲਿਖ ਕੇ ਨਹੀਂ ਦੇ ਕਿ ਮੈਂ ਫਾਰਮਿੰਗ ਦਾ ਕੰਮ ਕਰਦਾ ਤੇ ਮੈਨੂੰ ਵੀਜ਼ਾ ਦਿੱਤਾ ਜਾਏ ਜਾਂ ਫਿਰ ਮੇਰਾ ਸਪਾਂਸਰ ਸੀਗਾ। ਜੇ ਫਾਰਮਿੰਗ ਦਾ ਕੰਮ ਕਰਦੇ ਹੋ ਤਾਂ ਪ੍ਰੋਪਰ ਤੁਹਾਡੇ ਕੋਲ ਬੈਂਕ ਦਾ ਬੈਲੈਂਸ ਵੀ ਹੋਣਾ ਚਾਹੀਦਾ, ਤੁਹਾਡੇ ਕੋਲ ਜੇ ਫਾਰਮ ਵੀ ਹੋਣੇ ਚਾਹੀਦੇ ਨੇ। ਬਾਕੀ ਹੋਰ ਵੀ ਅਗਰ ਪ੍ਰਾਈਵੇਟ ਜੋਬ ਕਰੇ ਤੁਹਾਡਾ ਐਕਸਪੀਰੀਅੰਸ ਹੋਣਾ ਚਾਹੀਦਾ। ਸੋ ਇਹ ਸਾਰੀ ਚੀਜ਼ਾਂ ਜਦੋਂ ਹੋਣਗੀਆਂ ਤਾਂ ਫਿਰ ਡੈਫੀਨੇਟਲੀ ਵੀਜ਼ਾ ਮਿਲਦਾ। ਜਿੱਦਾਂ ਤੁਸੀਂ ਸਰ ਹੋਮ ਮੇਕਰ ਦੀ ਗੱਲਬਾਤ ਕੀਤੀ, 21 ਸਾਲ ਦੀ ਉਮਰ ਤੇ 24 ਸਾਲ ਦੀ ਉਮਰ, ਇਸ ਨੂੰ ਇਹਨਾਂ ਨੂੰ ਦੇਖ ਕੇ ਕਿਉਂਕਿ ਕਿਹਾ ਜਾਂਦਾ ਹੈ ਜਦੋਂ ਵਿਜ਼ਟਰ ਵੀਜ਼ਾ ਤੁਸੀਂ ਜਾਣਾ ਤੁਸੀਂ ਆਪਣੇ ਫੰਡਸ ਦਿਖਾਣੇ, ਕੁਝ ਲੈਂਡ, ਕੁਝ ਪ੍ਰਾਪਰਟੀ ਤੁਹਾਡੇ ਪਿੱਛੇ ਪਿਆ ਹੋਣਾ। ਜੀ ਜੀ ਜੀ। ਤੇ ਇਹ ਹੋਮ ਮੇਕਰ 21 ਸਾਲ ਤੇ 24 ਸਾਲ को कुछ भी नहीं हो सकता। जी 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 बिल्कुल बिल्कुल। जो 21 साल होते हैं स्टूडेंट, होम मेकर ते एक हाउसवाइफ, जी 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 जी। फिर ये कि मिथ है कि फंड्स दिखाना जरूरी है कि जी नहीं, देखो
ਹੋਮ ਮੇਕਰ ਦੀ ਅਸੀਂ ਗੱਲ ਕੀਤੀ, ਲੇਕਿਨ ਉਹਦੇ ਪਿੱਛੇ ਇੱਕ ਉਹਦਾ ਸਪਾਂਸਰ ਵੀ ਹੋਣਾ ਚਾਹੀਦਾ। ਉਹਦਾ ਸਪਾਂਸਰ ਉਹਦਾ ਹਸਬੈਂਡ ਹੋ ਸਕਦਾ ਹੈਗਾ, ਉਹਦੇ ਫਾਦਰ ਹੋ ਸਕਦੇ ਨੇ, ਜਾਂ ਕੋਈ ਵੀ ਬਲੱਡ ਰਿਲੇਸ਼ਨ ਦੇ ਵਿੱਚ ਉਹਦਾ ਸਪਾਂਸਰ ਹੋ ਸਕਦਾ ਹੈ, ਜਿਹੜਾ ਕਿ ਜਿਹਦੇ ਕੋਲ ਕੀ ਫੰਡਸ ਪਏ ਨੇ। ਫੰਡਸ ਦੀ ਇੰਪੋਰਟੈਂਸ ਉਨੀ ਹੀ ਰਹਿਣੀ, ਇਹ ਜ਼ਰੂਰੀ ਨਹੀਂ ਕਿ ਤੁਹਾਡੇ ਖਾਤੇ 'ਚ ਹੀ ਪਏ ਨੇ। ਅਗਰ ਬੱਚਾ ਹੈਗਾ ਉਹਦੇ ਮਾਪੇ ਦੇ ਖਾਤੇ ਦੇ ਵਿੱਚ ਫੰਡ ਪਏ ਨੇ, ਅਗਰ ਜਿਸ ਤਰ੍ਹਾਂ ਅਸੀਂ ਹੋਮ ਮੇਕਰ ਦੀ ਗੱਲ ਕੀਤੀ ਉਹਦੇ ਅਕਾਊਂਟ ਦੇ ਵਿੱਚ ਪੈਸਾ ਹੋਏ, ਚਾਹੇ ਸੋਰਸ ਆਫ ਇਨਕਮ ਨਹੀਂ ਹੈਗਾ, ਬਟ ਫਿਰ ਵੀ ਉਹਨੂੰ ਵੀਜ਼ਾ ਕੰਸੀਡਰ ਕੀਤਾ ਜਾਂਦਾ, ਕਿਉਂਕਿ ਫੈਮਿਲੀ ਇਨਕਮ ਵੀ ਇੱਕ ਚੀਜ਼ ਹੈਗੀ ਹੈ। ਜੇ ਫੈਮਿਲੀ ਇਨਕਮ ਤੁਹਾਡੀ ਵਧੀਆ ਆ ਰਹੀ ਤਾਂ ਘੱਟ ਉਮਰ ਦੇ ਸਟੂਡੈਂਟ ਵੀ ਕਹਿ ਲਓ ਜਾਂ ਫਿਰ ਕਿਸੇ ਨੂੰ ਵੀ ਵੀਜ਼ਾ ਮਿਲ ਸਕਦਾ ਘੱਟ ਉਮਰ ਦੇ ਵਿੱਚ। ਰਾਈਟ, ਤੁਸੀਂ ਫੰਡਸ ਦੀ ਗੱਲਬਾਤ ਕੀਤੀ, ਇਹ ਫਸਟ ਪਾਰਟੀ, ਸੈਕੰਡ ਪਾਰਟੀ, ਥਰਡ ਪਾਰਟੀ ਕਿਸੇ ਦੇ ਵੀ ਚੱਲ ਜਾਓਗੇ? ਨਹੀਂ, ਦੇਖੋ ਕੋਸ਼ਿਸ਼ ਤਾਂ ਇਹ ਹੋਣੀ ਚਾਹੀਦੀ, ਇਸ ਤਰ੍ਹਾਂ ਅਸੀਂ ਫੈਮਿਲੀ ਦੀ ਗੱਲ ਕੀਤੀ, ਫੈਮਿਲੀ ਦੇ ਵਿੱਚੋਂ ਹੀ ਕਿਸੇ ਕੋਲ ਫੰਡ ਹੋਣੇ ਚਾਹੀਦੇ ਆ, ਫੈਮਿਲੀ ਤੋਂ ਬਾਹਰ ਨਹੀਂ। ਬਲੱਡ ਰਿਲੇਸ਼ਨ, ਫਸਟ ਬਲੱਡ ਰਿਲੇਸ਼ਨ ਯਾਨੀ ਕਿ ਮਾਂ ਬਾਪ ਬੱਚਾ, ਇਹਨਾਂ ਤਿੰਨਾਂ ਦੇ ਕੋਲ ਅਗਰ ਫੰਡਸ ਹੈਗੇ ਤਾਂ ਹੀ ਉਹ ਜੈਨੂਨ ਮੰਨਿਆ ਜਾਏਗਾ। ਜੇ ਤੁਸੀਂ ਸੋਚੋ ਕਿ ਫਰੈਂਡ ਦੇ ਬੇਸ ਤੇ ਜਾਂ ਫਿਰ ਮਾਮਾ ਚਾਚਾ ਤਾਇਆ, ਉਸ ਬੇਸ ਤੇ ਨਹੀਂ, ਫਸਟ ਫੈਮਿਲੀ ਦੇ ਵਿੱਚ ਹੀ ਫੰਡਸ ਹੋਣੇ ਚਾਹੀਦੇ ਨੇ, ਤਾਂ ਹੀ ਉਹ ਮੰਨੇ ਹੁੰਦੇ। ਤੇ ਬੜੇ ਸਾਰੇ ਇਦਾਂ ਦੇ ਕੇਸਿਸ ਵੀ ਹੈਗੇ ਆ, ਜਿੱਦਾਂ ਮੈਂ ਵੀ ਸੁਣਦੀ ਰਹਿੰਦੀ ਆ, ਮੇਰੇ ਨਾਲ ਦੇ ਵੀ ਬਹੁਤ ਸਾਰੇ ਇਦਾਂ ਦੇ ਹੋਣਗੇ ਜੋ ਬਲੱਡ ਰਿਲੇਸ਼ਨ ਮਤਲਬ ਭਰਾ ਨੂੰ ਵੀ ਬੁਲਾਉਂਦਾ ਹੈ, ਤਾਂ ਵੀ ਉਹਨਾਂ ਦਾ ਵਿਜ਼ਟਰ ਵੀਜ਼ਾ ਨਹੀਂ ਲੱਗ ਪਾਉਂਦਾ, ਉਹ ਰਿਜੈਕਟ ਕਰ ਦਿੰਦਾ, ਪਤਾ ਨਹੀਂ ਤੁਸੀਂ ਜਾ ਕੇ ਕਰਨਾ ਕੀ, ਤੁਸੀਂ ਦਿਖਾਓ ਕੁਝ। ਤੇ ਬਲੱਡ ਰਿਲੇਸ਼ਨ ਤੇ ਨਹੀਂ ਲੱਗਦੇ, ਤੇ ਇਹ ਕਿਉਂ ਪ੍ਰੋਬਲਮ ਕੀ ਆ? ਦੇਖੋ ਜੇ ਬਲੱਡ ਰਿਲੇਸ਼ਨ ਵਾਲਾ ਲੱਗਣ ਲੱਗ ਜੇ ਤਾਂ ਅੱਜ ਮੈਨੂੰ ਲੱਗਦਾ ਕਿ ਪੰਜਾਬ ਦੀ 90% ਤਾਂ ਖਾਲੀ ਹੋ ਜਾਏਗਾ। ਠੀਕ ਹੈ, ਬਲੱਡ ਰਿਲੇਸ਼ਨ ਨਾਲ ਵੀਜ਼ਾ ਇੱਕ ਆਧਾਰ ਜ਼ਰੂਰ ਹੈਗਾ, ਲੇਕਿਨ ਉਹਦੇ ਨਾਲ ਬਾਕੀ ਚੀਜ਼ਾਂ ਵੀ ਤਾਂ ਚਾਹੀਦੀਆਂ, ਸਿਰਫ ਬਲੱਡ ਰਿਲੇਸ਼ਨ ਦੇ ਹਿਸਾਬ ਨਾਲ ਤੁਸੀਂ ਨਹੀਂ ਜਾ ਸਕਦੇ ਨਾ। ਹਾਂ, ਮੈਰਿਜ ਕਰਕੇ ਤੁਹਾਡਾ ਹੱਕ ਬਣਦਾ ਕਿ ਜਿਹੜਾ ਤੁਹਾਡਾ ਸਪਾਊਸ ਉੱਥੇ ਹੈ ਉਹ ਤੁਹਾਨੂੰ ਬੁਲਾਏਗਾ, ਉਹਦੇ ਵਿੱਚ ਵੀ ਰਿਜੈਕਸ਼ਨ ਆਉਂਦੇ ਨੇ, ਤੁਹਾਨੂੰ ਪਤਾ ਹੀ ਹੈ। ਤਾਂ ਜੇ ਤੁਸੀਂ ਸੋਚੋ ਭਰਾ ਨੂੰ ਬੁਲਾ ਲਿਆ, ਭੈਣ ਭਰਾ ਨੂੰ ਬੁਲਾ ਲੇ, ਇਸ ਤਰ੍ਹਾਂ ਨਹੀਂ ਹੋਣਾ। ਤੁਹਾਡਾ ਪ੍ਰੋਫਾਈਲ ਖੁਦ ਦਾ ਵੀ ਹੋਣਾ ਚਾਹੀਦਾ, ਤੁਹਾਡੀ ਫਾਈਲ ਦੀ ਪ੍ਰੈਜੈਂਟੇਸ਼ਨ ਵੀ ਉਸ ਤਰ੍ਹਾਂ ਦੀ ਹੋਣੀ ਚਾਹੀਦੀ ਹੈ, ਤੁਹਾਡੇ ਕੋਲ ਇੰਡੀਆ ਦੇ ਵਿੱਚ ਬੈਕਅਪ ਵੀ ਹੋਣਾ ਚਾਹੀਦਾ, ਤੁਹਾਡੇ ਕੋਲ ਵਾਪਸ ਆਉਣ ਦਾ ਰੀਜ਼ਨ ਵੀ ਹੋਣਾ ਚਾਹੀਦਾ। ਸੋ ਇਹ ਜਦੋਂ ਸਾਰੀ ਚੀਜ਼ਾਂ ਮਿਲਣਗੀਆਂ ਤਾਂ ਤੁਹਾਨੂੰ ਵੀਜ਼ਾ ਮਿਲ ਸਕਦਾ, ਅਦਰਵਾਈਜ਼ ਤੁਸੀਂ ਸੋਚੋ ਕਿ ਮੇਰਾ ਕੋਈ ਰਹਿੰਦਾ ਉੱਥੇ ਔਰ ਉਸ ਬੇਸ ਤੇ ਮੇਰਾ ਵੀਜ਼ਾ ਹੋ ਜਾਏਗਾ ਤਾਂ ਉਹ ਇੰਪੋਸੀਬਲ ਹੈ। ਮੈਨੂੰ ਲੱਗਦਾ ਆਡੀਅנס ਨੂੰ ਸ਼ਾਇਦ ਵਿਸ਼ਵਾਸ ਨਹੀਂ ਹੋ ਰਿਹਾ ਪੇਪਰ ਤੇ, ਅਸੀਂ ਇੱਕ ਵਾਰ ਇਹਨਾਂ ਨੂੰ ਵੀਜ਼ਾਸ ਵੀ ਦਿਖਾ ਦਿੰਦੇ ਹਾਂ ਜਿਹੜੇ ਤੁਹਾਡੇ ਕੋਲ ਆਏ ਹੋਏ ਨੇ। ਇੱਕ ਵੀਡੀਓ ਮੈਂ ਸ਼ੇਅਰ ਕਰਨਾ ਚਾਹਨੀ ਹਾਂ ਤੁਹਾਡੇ ਨਾਲ, ਜਿਸ ਵਿੱਚ ਤੁਹਾਨੂੰ ਬਹੁਤ ਸਾਰੇ ਜੋ ਵੀਜ਼ਾ ਵਿਜ਼ਟਰ ਪਲੱਸ ਸਟੂਡੈਂਟ ਤੁਹਾਨੂੰ ਦਿਖਾਈ ਦੇਣਗੇ। ਉਹ ਵੀਡੀਓ ਪਲੀਜ਼ ਤੁਸੀਂ ਦੇਖੋ, ਫਿਰ ਗੱਲਬਾਤ ਕਰਦੇ ਹਾਂ। ਨੀ ਜੇਬਾਂ 'ਚ ਸਟੈਕ ਬੋਲਦੇ, ਸਾਡੇ ਸਿਰਾਂ ਤੇ ਬੋਲਦੇ ਨਾਮ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਰੇਨੋ ਵੀਜ਼ਾ ਦੇ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ 25 ਪਾਸਪੋਰਟ ਅੱਜ ਸਟੈਂਪ ਹੋ ਕੇ ਆ ਗਏ ਔਰ 50 ਦੇ ਕਰੀਬ ਪਾਸਪੋਰਟ ਜਿਹੜਾ ਹੈ ਐਮਬੈਸੀ ਦੇ ਵਿੱਚ ਗਏ ਹੋਏ ਨੇ। ਸਟੈਂਪਿੰਗ ਲਈ ਸਟ੍ਰਾਈਕ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਥੋੜਾ ਬਹੁਤ ਡਿਲੇ ਹੋ ਰਿਹਾ। ਸੋ ਵੀਬੀ ਵੀਜ਼ਾ ਦਾ, ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਲਾਸਟ 3 ਇਨਟੇਕ ਦੇ ਵਿੱਚ 100% ਸਕਸੈਸ ਰੇਟ। ਵਿਜ਼ਟਰ ਵੀਜ਼ਾ ਦੀ ਗੱਲ ਕਰਾਂ ਤਾਂ 90% ਸਕਸੈਸ ਰੇਟ। ਜੇ ਤੁਸੀਂ ਵੀ ਸਟੱਡੀ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣਾ ਅਪਾਇੰਟਮੈਂਟ ਬੁੱਕ ਕਰੋ। ਥੈਂਕ ਯੂ। ਇਹ ਸਾਰੇ ਜੋ ਵੀਜ਼ਾ ਤੁਸੀਂ ਦੇਖ ਰਹੇ ਹੋ ਇਹ ਵੀਬੀ ਵੱਲੋਂ ਲਿੱਤੇ ਗਏ ਨੇ। ਮੈਨੂੰ ਲੱਗਦਾ ਸਰ ਇਹ ਹਾਫ ਹੀ ਹੋਣੇ, ਕਿਉਂਕਿ ਲੋਕ ਤਾਂ ਲੈ ਜਾਂਦੇ ਆ ਨਾਲੋਂ ਨਾਲ ਵੀਜ਼ਾ। ਤੇ ਇਹ ਜਿਹੜੇ ਵੀਜ਼ਾਸ ਨੇ ਇਹ ਕਿੰਨੇ ਦਿਨ ਦੇ ਪ੍ਰੋਸੈਸ ਦੇ ਅੰਦਰ ਆਏ ਸੀਗੇ? ਵਿਜ਼ਟਰ ਵੀਜ਼ਾ ਦੀ ਹੀ ਗੱਲਬਾਤ ਹੈ। ਦੇਖੋ ਇਹ ਜਿਹੜੇ ਵੀਜ਼ਾ ਦੀ ਗੱਲ ਕਰ ਰਹੇ, ਪਿਛਲੇ ਮਹੀਨੇ ਦੇ ਵੀਜ਼ਾ ਸੀਗੇ ਉਹਨਾਂ ਦੇ, ਜਿਹੜੇ ਕਿ ਹੁਣ ਜਾ ਚੁੱਕੇ ਨੇ ਵਿਦੇਸ਼। ਖਾਸ ਕਰ ਅਸੀਂ ਅੱਜ ਦੇ ਵਿਜ਼ਟਰ ਵੀਜ਼ਾ ਦੀ ਗੱਲ ਕਰ ਰਹੇ ਹਾਂ, ਉਹਨਾਂ ਦੇ ਵੀਜ਼ਾ ਅਸੀਂ ਕਦੇ ਵੀ ਪਹਿਲੇ ਸ਼ੋ ਨਹੀਂ ਕਰਦੇ ਜਿਹੜੇ ਕਿ ਹਲੇ ਉਹਨਾਂ ਦਾ ਟਰੈਵਲ ਦਾ ਪਲਾਨ ਨਹੀਂ ਬਣਿਆ। ਔਰ ਪੀਪੀਆਰ ਵੀ ਅਸੀਂ ਉਸ ਟਾਈਮ ਹੀ ਸ਼ੋ ਕਰਦੇ ਜਦੋਂ ਕਿ ਉਹਨਾਂ ਦਾ ਉਹ ਜਾ ਚੁੱਕੇ ਨੇ। ਸਿਰਫ ਉਹਨਾਂ ਨੂੰ ਉਹਨਾਂ ਦੀ ਆਇਡੈਂਟੀਟੀ ਉਸੇ ਟਾਈਮ ਸ਼ੋ ਕੀਤੀ ਜਾਂਦੀ ਜਦੋਂ ਕਿ ਉਹ ਫਲਾਈ ਕਰ ਚੁੱਕੇ, ਕਿਉਂਕਿ ਬਹੁਤ ਸਾਰੇ ਲੋਕਾਂ ਨੇ ਜਾ ਕੇ ਉੱਤੇ ਅਸਾਈਲਮ ਵੀ ਲੈਣੇ ਹੁੰਦੇ ਨੇ ਜਾਂ ਫਿਰ ਸੈਟਲਮੈਂਟ ਦਾ ਵੀ ਉਹਨਾਂ ਦਾ ਇਰਾਦਾ ਹੁੰਦਾ। ਸੋ ਪਿਛਲੇ ਮਹੀਨੇ ਦੇ ਲੱਗੇ ਹੋਏ ਵੀਜ਼ਾ ਸੀ, ਪੂਰੇ ਇਸ ਲਈ ਨਹੀਂ ਸੀ ਕਿਉਂਕਿ ਤੁਹਾਨੂੰ ਜਿਸ ਤਰ੍ਹਾਂ ਪਤਾ ਕਾਲੀ ਬਹੁਤ ਹੁੰਦੀ ਹੈ ਲੋਕਾਂ ਨੂੰ, ਅੱਜ ਵੀਜ਼ਾ ਲੱਗਿਆ ਕੱਲ ਅਸੀਂ ਫਲਾਈ ਕਰ ਜਾਈਏ। ਸੋ ਆਉਣ ਵਾਲੇ ਟਾਈਮ ਦੇ ਵਿੱਚ ਯਾਨੀ ਕਿ ਹੋ ਸਕਦਾ 3 ਜਾਂ 4 ਦਿਨ ਦੇ ਵਿੱਚ ਵੱਡੀ ਮਾਤਰਾ ਦੇ ਵਿੱਚ ਤੁਹਾਨੂੰ ਜਿਹੜਾ ਹੈ ਕਿ ਵੀਜ਼ਾ ਅਸੀਂ ਡਿਸਪਲੇ ਕਰਾਂਗੇ। 50 ਦੇ ਕਰੀਬ ਵੀਜ਼ਾ ਜਿਹੜੇ ਕਿ ਸਟੈਂਪ ਹੋ ਕੇ ਆਉਣ ਵਾਲੇ ਨੇ। ਅੱਛਾ, ਮਤਲਬ ਹੁਣ ਆਉਣ ਵਾਲੇ ਨੇ ਬਿਲਕੁਲ। ਹਾਂਜੀ ਹਾਂਜੀ ਜੀ। ਅੱਛਾ, ਜਦੋਂ ਇਹ ਵੀਜ਼ਾਸ ਤੁਹਾਡੇ ਕੋਲ ਆਉਂਦੇ ਨੇ, ਤੁਹਾਡੀ ਟੀਮ ਦੀ ਗੱਲਬਾਤ ਕਰਦੇ ਹਾਂ। ਹਮੇਸ਼ਾ ਵਨ ਮੈਨ ਆਰਮੀ ਤਾਂ ਤੁਸੀਂ ਹੈਗੇ ਹੀ ਹੋ, ਤੁਸੀਂ ਸਭ ਕੁਝ ਸੰਭਾਲਦੇ ਹੋ, ਲੇਕਿਨ ਤੁਹਾਡੀ ਟੀਮ ਕਿੱਦਾਂ ਪ੍ਰੋਸੈਸ ਕਰਦੀ ਹੈ? ਕਿੱਦਾਂ ਡਿਪਾਰਟਮੈਂਟ ਤੁਸੀਂ ਵੰਡੇ ਪਏ ਹੈ? ਜੀ ਦੇਖੋ ਇਮੀਗ੍ਰੇਸ਼ਨ ਦੀ ਗੱਲ ਕਰੀਏ, ਸਭ ਤੋਂ ਇੰਪੋਰਟੈਂਟ ਜਿਹੜਾ ਡਿਪਾਰਟਮੈਂਟ ਹੈਗਾ, ਦੇਖੋ ਅਗਰ ਮਾਰਕੀਟਿੰਗ ਵਾਲੀ ਗੱਲ ਕਰੀਏ, ਮਾਰਕੀਟਿੰਗ 'ਚ ਅਸੀਂ ਵਿਸ਼ਵਾਸ ਬਿਲਕੁਲ ਵੀ ਨਹੀਂ ਕਰਦੇ। ਤੁਹਾਡੇ ਨਾਲ ਸ਼ੋਅ ਕਰ ਰਹੇ, ਲੋਕ ਦੇਖ ਰਹੇ ਨੇ, ਕਾਲ ਕਰਨਗੇ, ਉਹਨਾਂ ਦੇ ਜਵਾਬ ਦੇਵਾਂਗੇ। ਉਸ ਤੋਂ ਬਾਅਦ ਅਗਰ ਕੋਈ ਐਨਰੋਲ ਹੋਣਾ ਚਾਹੁੰਦਾ ਬਹੁਤ ਵਧੀਆ ਹੈਗਾ। ਅਦਰਵਾਈਜ਼ ਸਾਡੀ ਜਿਹੜੀ ਸਾਰਾ ਮਾਰਕੀਟ ਸਾਡੀ ਹੈਗੀ ਆ ਉਹ ਰੈਫਰੈਂਸ ਬੇਸ ਦੀ ਹੈਗੀ। ਇੱਕ ਦਾ ਵੀਜ਼ਾ ਲੱਗਦਾ 4 ਲੋਕ ਉਹਦੇ, ਚਾਹੇ ਰਿਸ਼ਤੇਦਾਰ ਹੋਣ ਚਾਹੇ ਅੱਗੇ ਨੋਨ ਹੋ, ਉਹ ਆਉਂਦੇ ਨੇ। ਸਭ ਤੋਂ ਜਿਹੜਾ ਇੰਪੋਰਟੈਂਟ ਡਿਪਾਰਟਮੈਂਟ ਉਹ ਫਾਈਲਿੰਗ ਦਾ ਡਿਪਾਰਟਮੈਂਟ ਹੈਗਾ। ਫਾਈਲਿੰਗ ਤੇ ਸਾਡਾ ਮੇਨ ਫੋਕਸ ਹੁੰਦਾ ਔਰ ਸਾਡੀ ਸਕਸੈਸ ਦਾ ਰਾਜ ਵੀ ਇਹੀ ਹੈ ਕਿ ਫਾਈਲਿੰਗ ਬਹੁਤ ਜ਼ਿਆਦਾ ਵਧੀਆ ਔਰ ਤੁਸੀਂ ਨਤੀਜੇ ਤੁਸੀਂ ਆਪਣੇ ਸਾਹਮਣੇ ਦੇਖ ਸਕਦੇ। ਅਮਿਤ ਸਰ, ਇੱਕ ਚੀਜ਼ ਹੈਗੀ ਹੈ ਕਿ ਸਟੂਡੈਂਟ ਵੀਜ਼ਾ ਨੂੰ ਨਾ, ਜਿੱਦਾਂ ਅੱਜ ਕੱਲ੍ਹ ਕੈਨੇਡਾ ਕਹਿ ਰਿਹਾ ਕਿ ਪੰਜਾਬ ਹਰਿਆਣਾ ਲੈਣਾ ਬੰਦ ਕਰ ਦਿੱਤਾ, ਆਸਟ੍ਰੇਲੀਆ ਵੀ ਕਹਿ ਰਿਹਾ, ਤੇ ਵਿਜ਼ਟਰ ਵੀਜ਼ਾ ਤੇ ਵੀ ਇਸ ਚੀਜ਼ ਦਾ ਅਸਰ ਪਏਗਾ? ਨਹੀਂ, ਦੇਖੋ ਵਿਜ਼ਟਰ ਵੀਜ਼ਾ ਤੇ ਫਿਲਹਾਲ ਇਸ ਚੀਜ਼ ਦਾ ਕੋਈ ਅਸਰ ਨਹੀਂ ਹੈ, ਬਲਕਿ ਇੱਕ ਤਾਂ ਨਵਾਂ ਟ੍ਰੈਂਡ ਅਸੀਂ ਸੈੱਟ ਕੀਤਾ ਇੱਕ ਹਿਸਾਬ ਦਾ ਮਾਰਕੀਟ ਦੇ ਵਿੱਚ। ਤੁਹਾਨੂੰ ਵਿਜ਼ਟਰ ਵੀਜ਼ਾ 21 ਸਾਲ ਦੀ ਉਮਰ ਦੇ ਵਿੱਚ
24 ਸਾਲ ਦੀ ਉਮਰ ਦੇ ਵਿੱਚ ਨਹੀਂ ਮਿਲੇਗਾ। ਸੋ ਸਟੱਡੀ ਦਾ ਕਦੇ ਵੀ ਵਿਜ਼ਟਰ ਵੀਜ਼ਾ ਦੇ ਨਾਲ ਕੋਈ ਵੀ ਰਿਲੇਸ਼ਨ ਨਹੀਂ। ਇੱਕ ਅਨਪੜ੍ਹ ਬੰਦਾ ਵੀ ਵਿਜ਼ਟਰ ਵੀਜ਼ਾ ਤੇ ਜਾ ਸਕਦਾ। ਇਹਦੇ ਵਿੱਚ ਜਿਹੜੀ ਮੈਂ ਤੁਹਾਨੂੰ ਲਿਸਟ ਦੱਸੀ ਸੀ, ਇਹਦੇ ਵਿੱਚ ਸ਼ਾਇਦ ਅਮਰਜੀਤ ਸਿੰਘ ਜੀ ਹੈਗੇ ਨੇ ਜਿਹੜੇ ਫਾਰਮਰ ਦਾ ਕੰਮ ਕਰਦੇ ਨੇ, ਇਹਨਾਂ ਦਾ ਅੰਗੂਠਾ ਲੱਗਿਆ ਹੋਇਆ ਹੈ ਪਾਸਪੋਰਟ ਤੇ, ਈਵਨ ਕਿ ਆਪਣੇ ਸਾਈਨ ਵੀ ਨਹੀਂ ਕਰ ਸਕਦੇ। ਬਟ ਇਹਦੇ ਨਾਲ ਇਹ ਨਹੀਂ ਕਿ ਇਹਨਾਂ ਨੂੰ ਕੋਈ ਕੈਨੇਡਾ ਜਾਣ ਦਾ ਹੱਕ ਇਹਨਾਂ ਤੋਂ ਛੀਨ ਲਿੱਤਾ ਜਾਏਗਾ। ਸੋ ਸਟੱਡੀ ਦਾ ਕੋਈ ਲੈਣ ਦੇਣ ਨਹੀਂ ਹੈਗਾ। ਜੇ ਤੁਸੀਂ ਘੱਟ ਪੜ੍ਹੇ ਲਿਖੇ ਹੋ ਤਾਂ ਵੀ ਇਹ ਤੁਸੀਂ ਜਾ ਸਕਦੇ ਹੋ। ਤੁਹਾਡੀ ਡਿਗਰੀ ਡਿਪਲੋਮਾ ਇਹ ਕੋਈ ਮੈਟਰ ਨਹੀਂ ਕਰਦੀ। ਹਾਂ, ਤੁਸੀਂ ਉੱਥੇ ਫਾਰਮ ਦੇ ਵਿੱਚ ਭਰਨਾ ਜ਼ਰੂਰ ਹੈ ਕਿ ਤੁਸੀਂ ਕਿੰਨੇ ਪੜ੍ਹੇ ਲਿਖੇ ਹੋ, ਬਟ ਤੁਹਾਡੇ ਜਿਹੜੇ ਸਰਟੀਫਿਕੇਟਸ ਹੈਗੇ ਆ ਉਹ ਇੰਨੇ ਇੰਪੋਰਟੈਂਟ ਨਹੀਂ ਹੈ ਕਿ ਉੱਥੇ ਜਮ੍ਹਾਂ ਕਰਾਣੇ, ਉਹਦੇ ਪ੍ਰੂਫ ਜਮ੍ਹਾਂ ਕਰਾਣੇ। ਬਟ ਯੈਸ, ਜੇ ਤੁਹਾਡੇ ਕੋਲ ਕੁਝ ਐਸੇ ਸਰਟੀਫਿਕੇਟ ਹੈਗੇ ਜਿਸ ਤਰ੍ਹਾਂ ਤੁਸੀਂ ਕਿਹਾ ਹਰਿਆਣਾ ਬੋਰਡ, ਪੰਜਾਬ ਬੋਰਡ, ਉਹ ਤੁਸੀਂ ਅਟੈਚ ਕਰ ਸਕਦੇ ਹੋ ਤੇ ਉਸ ਤੇ ਕੋਈ ਵੀ ਓਬਜੈਕਸ਼ਨ ਵਿਜ਼ਟਰ ਵੀਜ਼ਾ ਦੇ ਵਿੱਚ ਨਹੀਂ ਹੈ। ਨਹੀਂ ਆਏਗੀ ਜੀ, ਬਿਲਕੁਲ। ਇਸ ਦੇ ਇਲਾਵਾ ਮੈਂ ਆਡੀਅנס ਨੂੰ ਦੱਸਣਾ ਚਾਹੂੰਗੀ ਕਿ ਤੁਸੀਂ ਥੱਲੇ ਦਿੱਤੇ ਗਏ ਨੰਬਰਾਂ ਤੇ ਕਾਲ ਕਰ ਸਕਦੇ ਹੋ। ਐਂਡ ਸਭ ਤੋਂ ਪਹਿਲੀ ਚੀਜ਼ ਹੁੰਦੀ ਹੈ ਜੋ ਫਾਈਲਿੰਗ ਕਿੱਦਾਂ ਕੀਤੀ ਜਾਵੇ। ਜਿਵੇਂ ਕਿ ਮੈਂ ਤੁਹਾਨੂੰ ਪਹਿਲੇ ਦੱਸਿਆ ਕਿ ਅੱਜ ਕੱਲ੍ਹ ਤੇ ਬਲੱਡ ਰਿਲੇਸ਼ਨ ਦੇ ਉੱਤੇ ਵੀ ਰਿਜੈਕਸ਼ਨ ਆ ਜਾਂਦੀ ਹੈ, ਤੇ ਇਸ ਦੇ ਇਲਾਵਾ ਅਗਰ ਬਲੱਡ ਰਿਲੇਸ਼ਨ ਨੇ ਜਾਣਾ ਹੈ ਤੇ ਉਹ ਜਾਣਾ ਕਿੱਦਾਂ ਹੈ, ਕਿੱਦਾਂ ਫਾਈਲਿੰਗ ਦਿਖਾਣੀ, ਉਹ ਬਹੁਤ ਇੰਪੋਰਟੈਂਟ ਹੁੰਦਾ ਹੈ। ਅੱਜ ਕੱਲ੍ਹ ਜਿਵੇਂ ਨਾ 2-2 3-3 ਸਾਲ ਦੇ ਤਜਰਬੇ ਵਾਲੇ ਇਮੀਗ੍ਰੇਸ਼ਨ ਕੰਸਲਟੈਂਟ ਬਣ ਜਾਂਦੇ। ਉਸ ਤੋਂ ਬਾਅਦ ਉਹ ਬਸ ਥੋੜਾ ਜਿਹਾ ਦੇਖਦੇ ਨੇ ਕਿ ਚਲੋ ਬਿਜ਼ਨਸ ਇੱਕ ਅੱਧਾ ਆ ਜਾਏਗਾ, ਸਾਡਾ ਜਿੰਨਾ ਲੱਗਾ ਉਹ ਖਰਚਾ ਪੂਰਾ ਪੂਰਾ ਆ ਜਾਏ। ਉਸ ਤੋਂ ਬਾਅਦ ਉਹਨਾਂ ਨੂੰ ਕੋਈ ਲੈਣਾ ਦੇਣਾ ਨਹੀਂ। ਇਹ ਵੀ ਗੱਲਬਾਤ ਅਸੀਂ ਇਹਦੇ ਉੱਤੇ ਕਰਾਂਗੇ, ਲੇਕਿਨ ਸਭ ਤੋਂ ਪਹਿਲਾਂ ਅਸੀਂ ਕਾਲ ਲੈ ਲੈਂਦੇ ਹਾਂ। ਜੀ ਬਿਲਕੁਲ। ਸਤਿ ਸ਼੍ਰੀ ਅਕਾਲ। ਹਾਂਜੀ ਸਤਿ ਸ਼੍ਰੀ ਅਕਾਲ। ਨਾਮ ਦੱਸ ਦਿਓ, ਕਿੱਥੋਂ ਗੱਲ ਕਰ ਰਹੇ ਹੋ ਜੀ? ਜੀ ਮਨਿੰਦਰ ਜੀ। ਮੈਮ ਐਕਚੁਅਲੀ ਮੇਰਾ ਇੱਕ ਸਵਾਲ ਸੀਗਾ ਵਿਜ਼ਟਰ ਵੀਜ਼ੇ ਨੂੰ ਲੈ ਕੇ। ਮੈਂ ਉਹਦੇ ਤੋਂ ਨਾ ਸ਼ੋਅ ਦੇਖ ਰਿਹਾ ਸੀਗਾ। ਹਾਂਜੀ। ਤੇ ਉਹਨੇ ਸਰ ਡਿਸਕਸ ਕਰ ਰਹੇ ਸੀ ਕਿ ਪ੍ਰਾਈਵੇਟ ਜੌਬ ਵਾਲਿਆਂ ਦੇ ਵੀ ਵਿਜ਼ਟਰ ਵੀਜ਼ਾ ਲੱਗ ਜਾਂਦਾ। ਹਾਂਜੀ। ਤੇ ਮੈਂ ਮੇਰੀ ਉਮਰ ਹੈ 29 ਸਾਲ ਤੇ ਮੈਂ ਨਾ ਇੱਕ ਪ੍ਰਾਈਵੇਟ ਜੌਬ ਕਰ ਰਿਹਾ। ਅੱਛਾ ਜੀ। ਤੇ ਮੈਂ ਵੀਜ਼ਾ ਅਪਲਾਈ ਕਰਨਾ ਚਾਹ ਰਹੀ ਸੀ ਤੇ ਇਸ ਕਿੰਨੀ ਕੁ ਸੈਲਰੀ ਆਉਂਦੀ ਹੈ ਤੁਹਾਡੇ ਅਕਾਊਂਟ 'ਚ? ਮੇਰੀ ਮੈਮ 32,000 ਸੈਲਰੀ। ਅੱਛਾ ਜੀ। ਕਿੰਨੇ ਸਾਲ ਤੋਂ ਜੌਬ ਕਰ ਰਹੇ ਹੋ? ਮੈਂ 4 ਸਾਲ ਤੋਂ ਜੌਬ ਕਰ ਰਿਹਾ ਆਪਣੀ ਪੋਸਟ ਗ੍ਰੈਜੂਏਸ਼ਨ ਤੋਂ ਬਾਅਦ। ਤੇ ਕੋਈ ਬਲੱਡ ਰਿਲੇਸ਼ਨ ਹੈ ਜੋ ਸਪਾਂਸਰ ਕਰ ਸਕਦਾ ਤੁਹਾਨੂੰ? ਨਹੀਂ ਮੈਮ, ਨਹੀਂ ਕੁਛ ਹੈ। ਤੁਸੀਂ ਕੁਝ ਪੁੱਛਣਾ ਚਾਹੁੰਦੇ ਹੋ? ਨਹੀਂ, ਮੈਂ ਇਹਨਾਂ ਨੂੰ ਜਵਾਬ ਇਹਨਾਂ ਦਾ ਆਪਣੇ ਟੀਵੀ ਤੇ ਸੁਣ ਲੈਣ। ਥੈਂਕ ਯੂ ਸੋ। ਦੇਖੋ, ਬਹੁਤ ਹੀ ਜ਼ਿਆਦਾ ਵਧੀਆ ਪ੍ਰੋਫਾਈਲ ਹੈਗੀ। ਹਾਂ, ਇੱਕ ਚੀਜ਼ ਰਹਿ ਗਈ ਕਿ ਇਹ ਮੈਰਿਡ ਹੈਗੇ ਕਿ ਨਹੀਂ ਹੈਗੇ। ਅਗਰ ਦੇਖ ਰਹੇ ਨੇ, ਮੈਂ ਦੋਨਾਂ ਦਾ ਜਵਾਬ ਦਿੰਦਾ, ਸਿੰਗਲ ਹੈ ਤਾਂ ਵੀ, ਜੇ ਮੈਰਿਡ ਹੈ ਤਾਂ ਵੀ। ਜੇ ਸਿੰਗਲ ਹੈਗੇ ਨੇ ਤਾਂ ਵੀ ਬਹੁਤ ਵਧੀਆ ਹੈਗੇ, ਕਿਉਂਕਿ ਪਿੱਛੇ ਜਿਸ ਤਰ੍ਹਾਂ ਪੇਰੈਂਟਸ ਹੋਣੇ ਤਾਂ ਉਹ ਦੱਸਿਆ ਜਾ ਸਕਦਾ ਕਿ ਬੈਕ ਦੇ ਵਿੱਚ ਮੇਰੀ ਫੈਮਿਲੀ ਤਾਂ ਮੇਰਾ ਵਾਪਸ ਆਉਣ ਦਾ ਰੀਜ਼ਨ ਬਣਦਾ। ਦੂਸਰਾ, ਇਹਨਾਂ ਨੇ ਕਿਹਾ ਕਿ ਮੇਰੀ ਸੈਲਰੀ 32,000 ਹੈਗੀ ਹੈ। ਸੋ ਮੈਂ ਤੁਹਾਡੇ ਨਾਲ ਡਿਸਕਸ ਕੀਤਾ ਸੀਗਾ, ਔਰ ਹਰ ਸ਼ੋਅ ਦੇ ਵਿੱਚ ਵੀ ਅੱਜ ਕੱਲ੍ਹ ਅਸੀਂ ਡਿਸਕਸ ਕਰਦੇ ਹਾਂ ਕਿ ਜੇ 30-32,000 25,000 ਵੀ ਤੁਹਾਡੀ ਸੈਲਰੀ ਹੈਗੀ ਹੈ, ਦਿਲ ਛੋਟਾ ਨਾ ਕਰੋ, ਇਸ ਸੈਲਰੀ ਤੇ ਵੀ ਤੁਹਾਨੂੰ ਵੀਜ਼ਾ ਮਿਲਦਾ। ਮੈਂ ਜਾਣਦਾ ਕਿ ਇਹ ਸੈਲਰੀ ਕੋਈ ਬਹੁਤ ਜ਼ਿਆਦਾ ਨਹੀਂ ਹੈਗੀ ਇੰਡੀਆ ਦੀ ਮਹਿੰਗਾਈ ਦੇ ਹਿਸਾਬ ਨਾਲ ਜਾਂ ਫਿਰ ਈਵਨ ਕੈਨੇਡਾ ਦੇ ਹਿਸਾਬ ਨਾਲ, ਬਟ ਇਸ ਇਨਕਮ ਬ੍ਰੈਕਟ ਤੇ ਵੀ ਸਾਨੂੰ ਅੱਛੇ ਵੀਜ਼ਾਜ਼ ਮਿਲਦੇ ਨੇ ਔਰ ਵੀਜ਼ਾ ਆਰਾਮ ਨਾਲ ਮਿਲ ਸਕਦਾ ਹੈ। ਔਰ ਨਾਲ ਦੀ ਨਾਲ ਅਗਰ ਆਪਣੇ ਸਪਾਊਸ ਨਾਲ ਜਾਣਾ ਚਾਹੁੰਦੇ ਨੇ ਤਾਂ ਵੀ ਇਹਨਾਂ ਦੇ ਬਹੁਤ ਅੱਛੇ ਚਾਂਸਸ ਬਣਨਗੇ। ਸਿੰਗਲ ਤਾਂ ਬਣਨਗੇ, ਸਪਾਊਸ ਦੇ ਨਾਲ ਮੈਨੂੰ ਲੱਗਦਾ ਉਸ ਤੋਂ ਵੀ ਬੈਟਰ ਚਾਂਸਸ ਮਿਲਣਗੇ, ਜਿਸ ਤਰ੍ਹਾਂ ਦੇ ਟ੍ਰੈਂਡ ਅੱਜ ਦੀ ਡੇਟ ਦੇ ਵਿੱਚ ਚੱਲ ਰਿਹਾ ਹੈ। ਬਟ ਉੱਤੇ ਸਪਾਂਸਰ ਕਰਨ ਵਾਲਾ ਕੋਈ ਨਹੀਂ ਜੀ, ਉਹਦੇ ਲਈ ਤੁਸੀਂ ਵੀਬੀ ਵੀਜ਼ਾ ਦੀ ਟੀਮ ਦੇ ਨਾਲ ਕੰਸਲਟ ਕਰ ਸਕਦੇ ਹੋ। ਅੱਛਾ, ਮਤਲਬ ਕਿ ਤੁਹਾਡੇ ਕੋਲ ਕੋਈ ਨਾ ਕੋਈ ਰਸਤਾ ਸਾਰਾ ਜੀ ਬਿਲਕੁਲ। ਠੀਕ ਹੈ ਜੀ। ਤੁਸੀਂ ਮੈਮ ਨਿਰਾਸ਼ ਨਹੀਂ ਹੋਣਾ। ਤੁਸੀਂ ਮਨਿੰਦਰ ਜੀ ਕਾਲ ਕੀਤਾ ਸੀਗਾ, ਬਹੁਤ ਵਧੀਆ ਤੁਹਾਡੀ ਪ੍ਰੋਫਾਈਲ ਹੈਗੀ ਹੈ, ਤੁਸੀਂ ਜਾ ਸਕਦੇ ਹੋ। ਐਂਡ ਪਲੀਜ਼ ਸ਼ੋਅ ਤੋਂ ਬਾਅਦ ਦੁਬਾਰਾ ਆਪਣੀ ਪ੍ਰੋਫਾਈਲ ਹੈ ਜਿਹੜੀ ਸ਼ੇਅਰ ਕਰ ਲੈਣਾ। ਸਕਸੈਸ ਰੇਟ ਦੀ ਗੱਲਬਾਤ ਕਰ ਲੈਂਦੇ ਹਾਂ ਵਿਜ਼ਟਰ ਵੀਜ਼ਾ ਦੇ ਉੱਤੇ। ਜੀ। ਅਸੀਂ ਹਰ ਵਾਰ ਵੀਬੀ ਦਾ ਇਹੀ ਸੋਚਦੇ ਹੈ ਕਿ ਸਕਸੈਸ ਰੇਟ ਦ ਬੈਸਟ ਇਨ ਚੰਡੀਗੜ੍ਹ। ਮੈਨੂੰ ਲੱਗਦਾ ਨਾਰਥ ਇੰਡੀਆ ਦੇ ਵਿੱਚ ਤੁਹਾਡਾ ਬੈਸਟ ਹੈ। ਤੇ ਹੁਣ ਵਿਜ਼ਟਰ ਵੀਜ਼ਾ ਸਪੈਸ਼ਲੀ ਮੈਂ ਪੁੱਛਣਾ ਚਾਹੁੰਦੀ ਹਾਂ ਤੁਹਾਡਾ ਸਕਸੈਸ ਰੇਟ। ਦੇਖੋ, ਤੁਸੀਂ ਵੀ ਬਹੁਤ ਸਾਰੇ ਲੋਕਾਂ ਨਾਲ ਇਮੀਗ੍ਰੇਸ਼ਨ ਦੇ ਸ਼ੋਅ ਕਰਦੇ ਹੋ, ਮੈਂ ਦੇਖਿਆ ਟੀਵੀ ਦੇ ਉੱਤੇ। ਇੰਨੇ ਵੀਜ਼ਾ ਜਿੰਨੇ ਅਸੀਂ ਡਿਸਪਲੇ ਕਰਦੇ ਆ, ਮੈਨੂੰ ਨਹੀਂ ਲੱਗਦਾ, ਆਪਣੀ ਬੜਾਈ ਨਹੀਂ ਕਰ ਰਿਹਾ, ਲੇਕਿਨ ਜਿਹੜੇ ਫੈਕਟ ਹੈਗੇ ਉਹਦੀ ਅਸੀਂ ਗੱਲ ਕਰ ਰਹੇ ਹਾਂ ਔਰ ਇਹ ਤਸਦੀਕ ਦੇਖੋ ਵੀਜ਼ੇ ਨਾਲ ਹੀ ਹੁੰਦੀ ਹੈ। ਬਟ ਜੇ ਮੈਂ ਕਹਾਂ 100% ਸਕਸੈਸ ਰੇਟ, ਤਾਂ ਵਿਜ਼ਟਰ ਵੀਜ਼ਾ ਦੇ ਵਿੱਚ 100% ਸਕਸੈਸ ਰੇਟ ਨਹੀਂ ਹੈਗਾ। ਹਾਂ, ਪੜ੍ਹਾਈ ਦੇ ਵਿੱਚ ਅਗਰ ਸਟੱਡੀ ਦੀ ਗੱਲ ਕਰੀਏ, ਸਟੱਡੀ ਵੀਜ਼ਾ ਦੇ ਵਿੱਚ ਉਹਦੇ ਵਿੱਚ ਸਾਡਾ ਪਿਛਲੇ 3 ਇਨਟੇਕ ਤੋਂ 100% ਹੈਗਾ, ਲੇਕਿਨ ਇਹਦੇ ਵਿੱਚ ਕਿਤੇ ਨਾ ਕਿਤੇ 90% ਦੇ ਕਰੀਬ, ਯਾਨੀ ਕਿ ਹਰ 100 ਦੇ ਵਿੱਚੋਂ 90 ਫਾਈਲਾਂ ਤੇ ਸਾਨੂੰ ਜਿਹੜਾ ਹੈਗਾ ਅਪਰੂਵਲ ਮਿਲਦਾ ਹੈਗਾ। ਤੇ ਮੈਨੂੰ ਲੱਗਦਾ ਇਹ ਬਹੁਤ ਹੀ ਜ਼ਿਆਦਾ ਵਧੀਆ ਸਕਸੈਸ ਰੇਟ ਹੈਗਾ। ਮੈਨੂੰ ਲੱਗਦਾ ਜੀ ਤੁਸੀਂ ਕਹਿ ਸਕਦੇ ਹੋ 100% ਜਾਂ 90%, 10 ਦੇ ਵਿੱਚ 9 ਲੋਕਾਂ ਦੇ ਵੀਜ਼ਾ ਜਿਹੜੇ ਆ ਜਾਂਦੇ ਕੀ ਬਾਤ ਹੈ। ਜੀ ਸਾਡੇ ਨਾਲ ਕਾਲਰ ਜੁੜ ਚੁੱਕੀ, ਗੱਲਬਾਤ ਕਰ ਲੈਣੇ। ਹਾਂਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਮੈਮ। ਹਾਂਜੀ, ਨਾਮ ਦੱਸ ਦਿਓ, ਕਿੱਥੋਂ ਗੱਲ ਕਰ ਰਹੇ ਹੋ ਜੀ? ਮੈਂ ਗੁਰਪ੍ਰੀਤ ਗੱਲ ਕਰ ਰਿਹਾ ਲੁਧਿਆਣੇ ਤੋਂ। ਜੀ ਗੁਰਪ੍ਰੀਤ ਜੀ। ਜੀ ਮੈਮ, ਮੈਮ ਮੇਰਾ ਕੁਐਸਚਨ ਸੀ, ਜਿਵੇਂ ਆਪਣੀ ਮੈਂ ਤੁਹਾਡਾ ਲਾਈਵ ਦੇਖ ਰਿਹਾ ਸੀ ਤੇ ਵਿਜ਼ਟਰ ਵੀਜ਼ੇ ਬਾਰੇ ਗੱਲ ਹੋ ਰਹੀ ਸੀ, ਤੇ ਬਹੁਤ ਜਿਵੇਂ ਮੈਨੂੰ ਡਾਊਟ ਸੀ ਕਿ ਸਾਨੂੰ ਟਰੈਵਲ ਹਿਸਟਰੀ ਪਹਿਲਾਂ ਵੀ ਚਾਹੀਦੀ ਹੈ ਵਿਜ਼ਟਰ ਵੀਜ਼ੇ ਵਾਸਤੇ ਜਾਂ ਫਿਰ ਸਾਡਾ ਡਾਇਰੈਕਟ ਕੈਨੇਡਾ ਦਾ ਲੱਗ ਸਕਦਾ ਉਹਦੇ ਵਿੱਚ? ਠੀਕ ਹੈ, ਅੱਛਾ ਸਵਾਲ ਹੈ। ਪਹਿਲਾਂ ਏਜ ਦੱਸ ਦਿਓ ਜੀ, ਏਜ ਕਿੰਨੀ ਤੁਹਾਡੀ? 30 ਇਅਰਸ ਦਾ। 30 ਇਅਰਸ। ਕੀ ਕਰਦੇ ਹੋ ਤੁਸੀਂ?
ਪ੍ਰਾਈਵੇਟ ਜੋਬ ਹੈ ਮੈਮ ਮੇਰੀ। ਅੱਛਾ, ਤੇ ਸੈਲਰੀ ਕਿੰਨੀ ਅਕਾਊਂਟ 'ਚ ਆ ਰਹੀ ਹੈ ਤੁਹਾਡੇ? 35,000 ਮੈਮ। ਮੈਰਿਡ ਹੋ ਅਨਮੈਰਿਡ ਹੋ? ਅਨਮੈਰਿਡ ਮੈਮ। ਮੈਰਿਡ ਹੋ। ਕੋਈ ਸਪਾਂਸਰ ਕਰਨ ਲਈ ਹੈ? ਨਹੀਂ ਮੈਮ। ਓਕੇ, ਬੇਬੀ ਹੈ ਤੁਹਾਡਾ ਕੋਈ? ਮੈਮ ਮੈਂ ਅਨਮੈਰਿਡ ਹਾਂ। ਅੱਛਾ, ਅਨਮੈਰਿਡ ਹੋ। ਓਕੇ ਓਕੇ, ਸੌਰੀ। ਠੀਕ ਹੈ, ਥੈਂਕ ਯੂ ਸੋ ਮਚ ਬੇਬੀ ਜੀ ਕਾਲ ਕਰਨ ਲਈ। ਆਪਣਾ ਜਿਹੜਾ ਜਵਾਬ ਹੈ ਤੁਸੀਂ ਟੀਵੀ ਤੇ ਸੁਣ ਸਕਦੇ ਹੋ। ਮੈਂ ਸਾਰੇ ਕੁਐਸਚਨ ਜੀ 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 ਦੇਖੋ, ਇਹਨਾਂ ਦਾ ਪ੍ਰੋਫਾਈਲ ਤਾਂ ਤਕਰੀਬਨ ਜਿਹੜਾ ਪਿਛਲੇ ਕਾਲਰ ਸੀ ਉਹਨਾਂ ਵਰਗਾ ਹੈਗਾ। ਇੱਕ ਸਵਾਲ ਇਹਨਾਂ ਨੇ ਬਹੁਤ ਜ਼ਿਆਦਾ ਵਧੀਆ ਕੀਤਾ, ਟਰੈਵਲ ਹਿਸਟਰੀ ਤੋਂ ਰਿਗਾਰਡ। ਇਹ ਜਿੰਨੇ ਵੀ ਮੈਂ ਤੁਹਾਡੇ ਨਾਲ ਸਾਹਮਣੇ ਨਾਮ ਲਿੱਤੇ, ਇੱਕ ਦੀ ਵੀ ਟਰੈਵਲ ਹਿਸਟਰੀ ਨਹੀਂ ਸੀ। ਔਰ ਸਾਡੇ ਕੋਲ ਜਿੰਨੇ ਵੀ ਵੀਜ਼ਾਸ ਲੱਗਦੇ ਨੇ ਕੈਨੇਡਾ ਦੇ ਖਾਸ ਕਰ, ਤਕਰੀਬਨ 90% ਦੀ ਟਰੈਵਲ ਹਿਸਟਰੀ ਕੋਈ ਨਹੀਂ। ਦੱਸੋ ਇਸ ਪਿੱਛੇ ਕਦੇ ਨਾ ਜਾਣਾ ਤੁਸੀਂ ਕਿ ਮੈਂ ਕਿਤੇ ਟਰੈਵਲ ਹਿਸਟਰੀ ਦਾ ਮਤਲਬ ਹੈਗਾ ਯੂਕੇ ਜਾਣਾ ਜਾਂ ਫਿਰ ਯੂਰਪ ਜਾਣਾ, ਦੁਬਈ ਦੀ ਟਰੈਵਲ ਹਿਸਟਰੀ, ਸਿੰਗਾਪੁਰ ਦੀ ਟਰੈਵਲ ਹਿਸਟਰੀ, ਮਲੇਸ਼ੀਆ ਦੀ ਟਰੈਵਲ ਹਿਸਟਰੀ, ਇਹ ਕੋਈ ਮੈਟਰ ਨਹੀਂ ਕਰਦੀ, ਖਾਸ ਮੈਟਰ ਨਹੀਂ ਕਰਦੀ। ਹੋ ਸਕਦਾ ਥੋੜੀ ਬਹੁਤ ਕਰੇ, ਬਟ ਸਪੈਸ਼ਲੀ ਤੁਸੀਂ ਇਸ ਚੀਜ਼ ਲਈ ਇਹਨਾਂ ਕੰਟਰੀ ਦੇ ਵਿੱਚ ਜਾਓ ਫਿਰ ਟਾਈਮ ਵੇਸਟ ਕਰੋ, ਉਹਦਾ ਕੋਈ ਯੂਜ਼ ਇੰਨਾ ਹੈ ਨਹੀਂ ਹੈ। ਵਿਦਆਊਟ ਟਰੈਵਲ ਹਿਸਟਰੀ ਵੀ ਤੁਹਾਡੇ ਤਕਰੀਬਨ ਸੇਮ ਚਾਂਸਸ ਬਣਨਗੇ ਜੀ। ਤੇ ਇਸ ਦੇ ਇਲਾਵਾ ਇੱਕ ਸਾਡੇ ਕੋਲ ਵੀਡੀਓ ਹੈ ਜਿਸ ਤੇ ਤੁਸੀਂ ਵਿਸ਼ਵਾਸ ਕਰ ਸਕਦੇ ਹੋ, ਦੇਖ ਸਕਦੇ ਹੋ। ਸਰ ਦੀ ਵੀਡੀਓ ਜਿੱਤੇ ਬਹੁਤ ਸਾਰੇ ਵੀਜ਼ਾ ਆਏ ਹੋਏ। ਇੱਕ ਵਾਰ ਮੈਂ ਤੁਹਾਨੂੰ ਦੁਬਾਰਾ ਦਿਖਾਣਾ ਚਾਹਨੀ ਕਿਉਂਕਿ ਆਡੀਅנס ਨਵੀਂ ਸਾਡੇ ਨਾਲ ਜੁੜਦੀ ਰਹਿੰਦੀ। ਇੱਕ ਵਾਰ ਤੁਸੀਂ ਵੀਡੀਓ ਵੀ ਦੇਖੋ ਪਲੀਜ਼। ਨੀ ਜੇਬਾਂ 'ਚ ਸਟੈਕ ਬੋਲਦੇ, ਸਾਡੇ ਸਿਰਾਂ ਤੇ ਬੋਲਦੇ ਨਾਮ ਨਹੀਂ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਰੇਨੋ ਵੀਜ਼ਾ ਦੇ ਨਵੇਂ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਹੈ। ਜਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ 25 ਪਾਸਪੋਰਟ ਅੱਜ ਸਟੈਂਪ ਹੋ ਕੇ ਆ ਗਏ ਔਰ 50 ਦੇ ਕਰੀਬ ਪਾਸਪੋਰਟ ਜਿਹੜਾ ਹੈ ਐਮਬੈਸੀ ਦੇ ਵਿੱਚ ਗਏ ਹੋਏ ਨੇ। ਸਟੈਂਪਿੰਗ ਲਈ ਸਟ੍ਰਾਈਕ ਦੀ ਵਜ੍ਹਾ ਨਾਲ ਕਿਤੇ ਨਾ ਕਿਤੇ ਥੋੜਾ ਬਹੁਤ ਡਿਲੇ ਹੋ ਰਿਹਾ। ਸੋ ਵੀਬੀ ਵੀਜ਼ਾ ਦਾ, ਸਟੱਡੀ ਵੀਜ਼ਾ ਦੀ ਗੱਲ ਕਰੀਏ ਤਾਂ ਲਾਸਟ 3 ਇਨਟੇਕ ਦੇ ਵਿੱਚ 100% ਸਕਸੈਸ ਰੇਟ। ਵਿਜ਼ਟਰ ਵੀਜ਼ਾ ਦੀ ਗੱਲ ਕਰਾਂ ਤਾਂ 90% ਸਕਸੈਸ ਰੇਟ। ਜੇ ਤੁਸੀਂ ਵੀ ਸਟੱਡੀ ਵੀਜ਼ਾ ਜਾਂ ਫਿਰ ਵਿਜ਼ਟਰ ਵੀਜ਼ਾ ਤੇ ਕੈਨੇਡਾ ਜਾਣਾ ਚਾਹੁੰਦੇ ਹੋ ਤਾਂ ਨੀਚੇ ਦਿੱਤੇ ਨੰਬਰ ਤੇ ਕਾਲ ਕਰਕੇ ਆਪਣਾ ਅਪਾਇੰਟਮੈਂਟ ਬੁੱਕ ਕਰੋ। ਥੈਂਕ ਯੂ। ਓਕੇ ਸਰ, ਇਹ ਵੀਡੀਓ ਦੇਖਣ ਤੋਂ ਬਾਅਦ ਹਮੇਸ਼ਾ ਮੈਂ ਇੱਕ ਸਵਾਲ ਤੁਹਾਨੂੰ ਪੁੱਛਦੀ ਹੁੰਦੀ ਹਾਂ ਕਿ ਤੁਹਾਡੇ ਉੱਤੇ ਕਿੰਨਾ ਕੁ ਪ੍ਰੈਸ਼ਰ ਹੁੰਦਾ ਹੈ ਜਦੋਂ ਤੁਹਾਡੇ ਵਿਜ਼ਟਰ ਵੀਜ਼ਾ ਜਾਂ ਸਟੱਡੀ ਵੀਜ਼ਾ ਕੋਈ ਵੀ ਵੀਜ਼ਾ ਆਣਾ ਹੁੰਦਾ ਹੈ, ਕਿਉਂਕਿ ਇੱਕ 100% 90% ਸਕਸੈਸ ਰੇਟ ਨੂੰ ਵੀ ਚਲੋ ਅਸੀਂ ਲੈ ਕੇ ਚੱਲਦੇ, ਉਹਨੂੰ ਅਗਰ ਕੋਈ ਵੀ ਇੱਕ ਆ ਜਾਏ, ਕਹਿੰਦੇ ਨਾ ਕਿ ਤੁਹਾਡੇ ਤੇ ਹੀ ਬੀਬੀ ਦੇ ਇੱਕ ਦੱਪਾ ਲੱਗ ਜਾਏਗਾ ਕਿ ਨਹੀਂ ਹੋ ਰਿਹਾ ਕੁਝ ਨਹੀਂ ਹੋ ਰਿਹਾ, ਤੇ ਕਿੰਨਾ ਕੁ ਪ੍ਰੈਸ਼ਰ। ਮੈਂ ਦੇਖੋ ਤੁਹਾਡੇ ਨਾਲ ਗੱਲ ਕੀਤੀ ਕਿ ਸਾਡਾ ਸਕਸੈਸ ਰੇਟ 90% ਹੈ। ਹੁਣ ਉਹ ਜਿਹੜੇ 10% ਵਾਲੇ ਲੋਕ ਨੇ ਉਹਨਾਂ ਵਾਸਤੇ ਅਸੀਂ ਬਹੁਤ ਬੁਰੇ ਹੈਗੇ ਆ। ਉਹ ਬਹੁਤ ਮਤਲਬ ਕਿ ਇਸ ਤਰ੍ਹਾਂ ਗੱਲ ਕਰਦੇ ਜਿਸ ਤਰ੍ਹਾਂ ਇਮੀਗ੍ਰੇਸ਼ਨ, ਮੈਨੂੰ ਪਤਾ ਨਹੀਂ ਇਮੀਗ੍ਰੇਸ਼ਨ ਦੇ ਹੁੰਦੇ ਆ ਫਰਾਡ, ਲੇਕਿਨ ਅਸੀਂ ਬਹੁਤ ਜੈਨੂਨ ਕੰਮ ਕਰਦੇ ਆ। ਬਟ ਉਹ ਜਿਹੜੇ 10% ਜਿਹੜੇ ਰਿਫਿਊਜ਼ਲ ਆਉਂਦੇ ਨੇ ਉਹ ਇਸ ਤਰ੍ਹਾਂ ਬਿਹੇਵ ਕਰਦੇ ਕਿ ਉਹਨਾਂ ਦੇ ਨਾਲ ਕੋਈ ਫਰਾਡ ਹੋ ਗਿਆ। ਦੇਖੋ ਵੀਜ਼ਾ ਅਪਰੂਵਲ ਔਰ ਰਿਜੈਕਸ਼ਨ ਇੱਕ ਪਾਰਟ ਐਂਡ ਪਾਰਸਲ ਹੈਗਾ, ਇਹਨਾਂ ਨੂੰ ਤੁਹਾਨੂੰ ਲੈ ਕੇ ਚੱਲਣਾ ਪਏਗਾ। ਹਾਂ, ਸਾਡੀ ਇਹ ਜ਼ਰੂਰ ਤੁਹਾਡੇ ਨਾਲ ਪ੍ਰੋਮਿਸ ਹੈਗਾ, ਇੱਕ ਵਾਰ ਤੁਸੀਂ ਰਿਫਿਊਜ਼ ਹੋ ਗਏ ਤੁਹਾਡਾ ਦੁਬਾਰਾ ਜ਼ਰੂਰ ਅਪਲਾਈ ਕਰਾਂਗੇ, ਬਟ ਥੋੜਾ ਜਿਹਾ ਸਾਨੂੰ ਟਾਈਮ ਦਿਓ। ਇੱਥੇ ਤੁਹਾਡੇ ਮਾਧਿਅਮ ਨਾਲ ਮੈਂ ਇਹ ਵੀ ਕਹਿਣਾ ਚਾਹਾਂਗਾ, ਬਹੁਤ ਸਾਰੇ ਲੋਕ ਇਹ ਕੰਪਲੇਂਟ ਕਰਦੇ ਨੇ ਕਿ ਫੋਨ ਨਹੀਂ ਚੱਕਦੇ, ਫਾਈਲ ਲੱਗੀ ਹੋਈ ਹੈ ਫੋਨ ਨਹੀਂ ਚੱਕਦੇ। ਦੇਖੋ ਤੁਹਾਡੀ ਫਾਈਲ ਲੱਗ ਚੁੱਕੀ ਹੈ, ਹੁਣ ਫੋਨ ਤੁਹਾਡੀ ਅੰਡਰ ਪ੍ਰੋਸੈਸਿੰਗ ਹੈਗੀ ਹੈ। ਇਸ ਦੇ ਲਈ ਵੀ ਅਸੀਂ ਇੰਤਜ਼ਾਮ ਕਰ ਰਹੇ ਬਹੁਤ, ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਪ੍ਰੋਸੈਸਿੰਗ ਆਨਲਾਈਨ ਦਿਖ ਜਾਏਗੀ, ਉਹ ਵੈਬਸਾਈਟ ਤੇ ਹੀ ਦਿਖੇਗਾ। ਬਟ ਥੋੜਾ ਜਿਹਾ ਸਬਰ ਰੱਖਣ ਦੀ ਜ਼ਰੂਰਤ ਹੈਗੀ, ਕਿਉਂਕਿ ਤੁਹਾਨੂੰ ਬਾਰ-ਬਾਰ ਅਸੀਂ ਡੇਲੀ ਕੀ ਦੱਸੀਏ, ਐਮਬੈਸੀ ਦੇ ਹੱਥ ਵਿੱਚ ਹੈਗਾ। ਪ੍ਰੋਸੈਸਿੰਗ ਟਾਈਮ ਅੱਜ ਦੀ ਡੇਟ ਦੇ ਵਿੱਚ ਬਹੁਤ ਥੋੜਾ ਹੈਗਾ, 15-20 ਦਿਨ ਦੇ ਵਿੱਚ ਵੀ ਸਾਨੂੰ ਰਿਜ਼ਲਟ ਮਿਲ ਰਿਹਾ। ਲੇਕਿਨ ਕਈ ਪ੍ਰੋਫਾਈਲ ਸੇ ਮਹੀਨਾ 2 ਮਹੀਨਾ 4 ਮਹੀਨੇ 6 ਮਹੀਨੇ ਵੀ ਲੱਗ ਜਾਂਦੇ ਨੇ। ਸੋ ਉਹਦੇ ਵਿੱਚ ਸਾਡਾ ਕੋਈ ਵੀ ਹੱਥ ਬਸ ਜਿਹੜਾ ਹੈਗਾ ਨਹੀਂ ਹੈਗਾ, ਥੋੜਾ ਤੁਹਾਨੂੰ ਸਬਰ ਰੱਖਣਾ ਚਾਹੀਦਾ। ਸੋ ਮੈਂ ਕਹਾਂਗਾ ਕਿ ਜਿਹੜੇ 10% ਰਿਫਿਊਜ਼ ਹੁੰਦੇ ਨੇ ਸਾਡੇ ਕੋਲੋਂ, ਉਹਨਾਂ ਦੀ ਵੀ ਸਾਡੀ ਪੂਰੀ ਟਰਾਈ ਰਹੇਗੀ ਕਿ ਤੁਹਾਨੂੰ ਵੀਜ਼ਾ ਜ਼ਰੂਰ ਲੈ ਕੇ ਦਈਏ। ਅਸੀਂ 10% ਦੇ ਉੱਤੇ ਥੋੜਾ ਗੱਲਬਾਤ ਕਰਦੇ ਹਾਂ। ਉਹਦਾ ਕਾਰਨ ਮੈਨੂੰ ਕਿਤੇ ਨਾ ਕਿਤੇ ਸਿਰਫ ਤੁਹਾਡੇ ਵੱਲੋਂ ਕਮੀ ਨਹੀਂ, ਮੈਨੂੰ ਲੱਗਦਾ ਸ਼ਾਇਦ ਆਡੀਅנס ਵੱਲੋਂ ਵੀ ਕਮੀ ਹੈ, ਕਿਉਂਕਿ ਉਹ ਆਪਣੇ ਡਾਕੂਮੈਂਟ ਛੁਪਾ ਲੈਂਦੇ ਨੇ। ਡਾਕੂਮੈਂਟ ਜਿਸ ਤਰ੍ਹਾਂ ਕਹੀਏ ਉਸ ਤਰ੍ਹਾਂ ਪੇਸ਼ ਨਹੀਂ ਕਰਕੇ ਦਿੰਦੇ ਸਾਨੂੰ, ਕਿਉਂਕਿ ਦੇਖੋ ਡਾਕੂਮੈਂਟ ਦੀ ਕੁਆਲਿਟੀ ਇੱਕ ਛੋਟੀ ਜਿਹੀ ਚੀਜ਼ ਹੈ ਕਿ ਤੁਸੀਂ ਸਕੈਨ ਕਰਕੇ ਭੇਜਣਾ ਹੈ ਡਾਕੂਮੈਂਟ, ਬਟ ਫਿਰ ਵੀ ਕਲਾਇੰਟ ਕੀ ਕਰਦਾ ਹੈ, ਫੋਟੋ ਖਿੱਚ ਕੇ ਭੇਜ ਦਿੰਦਾ ਮੋਬਾਈਲ ਦੇ ਨਾਲ, ਜੋ ਕਿ ਉੱਥੇ ਐਮਬੈਸੀ ਦੇ ਵਿੱਚ ਤੁਹਾਡੀ ਪ੍ਰੈਜ਼ੈਂਟ ਹੋਣੀ ਫਾਈਲ, ਉਹ ਚੀਜ਼ ਨਹੀਂ ਹੁੰਦੀ। ਤੁਸੀਂ ਇੱਕ ਕੰਪਿਊਟਰ ਦੇ ਨਾਲ ਸਕੈਨ ਕਰਕੇ ਭੇਜੋ, ਆਪਣੇ ਪ੍ਰੋਪਰ ਪੂਰੇ ਡਾਕੂਮੈਂਟ ਭੇਜੋ, ਅੱਧੇ ਅਧੂਰੇ ਡਾਕੂਮੈਂਟ ਭੇਜੋਗੇ ਔਰ ਫਿਰ ਪ੍ਰੈਸ਼ਰ ਕ੍ਰੀਏਟ ਕਰੋਗੇ ਕਿ ਮੇਰੀ ਫਾਈਲ ਅੱਜ ਹੀ ਲੌਂਚ ਹੋਣੀ ਚਾਹੀਦੀ ਹੈ। ਸੋ ਉਹਦੇ ਵਿੱਚ ਵੀ ਕਈ ਵਾਰ ਇਹ ਵੀ ਬਹੁਤ 5-7% ਦਾ ਇਹ ਵੀ ਕਾਰਨ ਬਣ ਜਾਂਦਾ ਕਿ ਤੁਹਾਨੂੰ ਰਿਫਿਊਜ਼ਲ। ਸੋ ਸਬਰ ਰੱਖਣਾ ਬਹੁਤ ਜ਼ਿਆਦਾ ਜ਼ਰੂਰੀ ਹੈ। ਮੈਨੂੰ ਲੱਗਦਾ ਲੋਕਾਂ 'ਚ ਪੇਸ਼ੈਂਸ ਨਹੀਂ, ਉਹ ਜਿਹੜੇ ਪੇਸ਼ੈਂਸ 90% ਲੋਕ ਪੇਸ਼ੈਂਸ ਵਾਲੇ ਨੇ ਉਹਨਾਂ ਨੂੰ ਵੀਜ਼ਾ ਮਿਲ ਜਾਂਦਾ। ਜਿਹੜਾ ਇੰਪੇਸ਼ੈਂਟ ਹੁੰਦਾ ਫਿਰ ਉਹਨੂੰ ਫਿਰ ਉਸ ਚੀਜ਼ ਦਾ ਖਾਮਿਆਜ਼ਾ ਜ਼ਰੂਰ ਭੁਗਤਣਾ ਪੈਂਦਾ, ਸਗੋਂ ਜ਼ਿਆਦਾ ਉਹਨਾਂ ਨੂੰ ਡਬਲ ਟਾਈਮ ਲੱਗਦਾ। ਜੀ ਬਿਲਕੁਲ। ਸਾਡਾ ਕਾਲਰ ਜੁੜ ਕੇ ਗੱਲਬਾਤ ਕਰ ਲੈਂਦੇ ਹਾਂ। ਹਾਂਜੀ ਸਤਿ ਸ਼੍ਰੀ ਅਕਾਲ। ਹੈਲੋ ਹਾਂਜੀ ਸਤਿ ਸ਼੍ਰੀ ਅਕਾਲ। ਨਾਮ ਦੱਸ ਦਿਓ, ਕਿੱਥੋਂ ਗੱਲ ਕਰ ਰਹੇ ਹੋ? ਸਤਿ ਸ਼੍ਰੀ ਅਕਾਲ, ਮੇਰਾ ਨਾਮ ਹੈ ਰੂਹੀ ਤੇ ਮੈਂ ਸ਼੍ਰੀ ਅਨੰਦਪੁਰ ਸਾਹਿਬ ਤੋਂ ਗੱਲ ਕਰ ਰਹੀ ਹਾਂ। ਹਾਂਜੀ ਜੀ,
ਜੀ ਮੈਮ ਮੈਂ ਤੁਹਾਡਾ ਲਾਈਵ ਸ਼ੋ ਦੇਖਿਆ ਹੈਗਾ ਐਕਚੁਅਲੀ ਮੈਂ ਇੰਟਰਸਟਿਡ ਹਾਂ ਕੈਨੇਡਾ ਦੇ ਵਿੱਚ ਵਿਜ਼ਿਟ ਕਰਨ ਵਾਸਤੇ ਤੇ ਮੇਰਾ ਕੁਐਸਚਨ ਇਹ ਸੀਗਾ ਕਿ ਲਾਈਕ ਮੈਂ ਕੋਈ ਜੌਬ ਵਗੈਰਾ ਨਹੀਂ ਕਰਦੀ ਹੈਗੀ ਆਈ ਜਸਟ ਵਾਂਟ ਕਿ ਮੈਂ ਅਬਰੋਡ ਜਾਵਾਂ ਹੈ ਨਾ ਵਿਜ਼ਟਰ ਵੀਜ਼ਾ ਤੇ ਉਸ ਤੋਂ ਬਾਅਦ ਮੇਰਾ ਇਹ ਕੁਐਸਚਨ ਸੀਗਾ ਕਿ ਮੈਂ ਆਪਣੇ ਫਾਦਰ ਦੇ ਸੋਰਸਿਸ ਤੇ ਹੈ ਨਾ ਜਾ ਸਕਦੀ ਹਾਂ ਕਿਵੇਂ ਹੈ ਕੀ ਪ੍ਰੋਸੈਸ ਹੋਵੇਗਾ ਮੈਨੂੰ ਉਹ ਦੱਸ ਦਿਓ ਥੋੜਾ ਏਜ ਕਿੰਨੀ ਹੈ ਮੈਮ ਤੁਹਾਡੀ ਮੇਰੀ ਏਜ ਹੈ 22 ਤੇ ਫਾਦਰ ਸਾਹਿਬ ਕੀ ਕਰਦੇ ਨੇ ਮੇਰੇ ਫਾਦਰ ਸਾਹਿਬ ਪ੍ਰਾਈਵੇਟ ਸੈਕਟਰ ਦੇ ਵਿੱਚ ਨੇ ਪ੍ਰਾਈਵੇਟ ਸੈਕਟਰ ਦੇ ਵਿੱਚ ਨੇ ਹਾਂਜੀ ਓਕੇ ਜੀ, ਕੁਝ ਜੀ। ਹੋਰ ਪੁੱਛਣਾ ਹੈ ਨਹੀਂ ਬਸ ਮੈਂ ਜਵਾਬ ਦੇ ਦਿੰਦਾ ਥੈਂਕ ਯੂ ਸੋ ਮਚ ਕਾਲ ਕਰਨ ਲਈ अब मैं इन्हें एक और जी, जी। सवाल जोड़ना चाहती हूँ जी, जी, शायद वो जी। पूरा हो जाएगा जी। अगर 30 साल भी उम्र हैगी है जी 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 लेकिन वो कुछ कर नहीं रहे जी, जिਵੇਂ जी। कि मैरिड भी नहीं होम मेकर भी नहीं कह जी, सकते जी, जी, जी। राइट कि उस वजह से वो किसी चीज ਦੀ ਤਿਆਰੀ ਕਰ ਰਹੇ ਆ जी, ਫॉर जी, जी। ਐਗਜ਼ਾਮਪਲ ਨੀਟ ਦੇ ਹੁੰਦੇ ਆ ਪੇਪਰ जी, जी, जी। ਉਹਨਾਂ ਦੀ ਵੀ ਮੈਨੂੰ ਦੇਖੋ ਤਿਆਰੀ ਕਰਨ ਦਾ ਇੱਕ ਸਮਾਂ ਹੁੰਦਾ ਹੁਣ 30 ਸਾਲ ਤੱਕ ਤੁਸੀਂ ਕਿਸੇ ਚੀਜ਼ ਦੀ ਤਿਆਰੀ ਕਰਦੇ ਰਹਿ ਗਏ ਤਾਂ ਉਹ ਤਾਂ ਫਿਰ ਮੈਨੂੰ ਲੱਗਦਾ ਕਿ ਇੰਡੀਆ ਦੇ ਵਿੱਚ ਵੀ ਰਹਿਣ ਦੇ ਲਾਇਕ ਨਹੀਂ ਹੈਗਾ ਉਹ ਬੰਦਾ ਤੇ ਉਹ ਕੈਨੇਡਾ ਤਾਂ ਬਹੁਤ ਜ਼ਿਆਦਾ ਦੂਰ ਦੀ ਗੱਲ ਹੈਗੀ ਹੈ ਸੋ ਉਹ ਤਾਂ ਜਿਹੜਾ ਕੁਝ ਨਹੀਂ ਕਰਦਾ ਸਟੂਡੈਂਟ ਲਾਈਫ ਤੋਂ ਬਾਅਦ ਉਹ ਤਾਂ ਫਿਰ ਕੋਈ ਜਸਟੀਫਿਕੇਸ਼ਨ ਉਹ ਹੈ ਨਹੀਂ ਹਾਂ ਆਪਣੇ ਜੇ ਮੈਰਿਡ ਹੋ ਚੁੱਕੇ ਨੇ ਤਾਂ ਆਪਣੇ ਹਸਬੈਂਡ ਦੇ ਬੇਸ ਤੇ ਜਾਂ ਹਸਬੈਂਡ ਵਾਈਫ ਦੇ ਬੇਸ ਤੇ ਜ਼ਰੂਰ ਜਾ ਸਕਦਾ ਜਿੱਥੇ ਤੱਕ ਇਹਨਾਂ ਦੀ ਗੱਲ ਹੈਗੀ ਤਾਂ ਉਮਰ ਬਹੁਤ ਜ਼ਿਆਦਾ ਨਹੀਂ ਹੈਗੀ ਜਸਟ ਇਹਨਾਂ ਨੇ ਸਟੱਡੀ ਆਪਣੀ ਫਿਨਿਸ਼ ਹੀ ਕੀਤੀ ਹੈ ਸੋ ਕਿਤੇ ਨਾ ਕਿਤੇ ਡਿਪੈਂਡੈਂਸੀ ਪੇਰੈਂਟਸ ਦੇ ਉੱਤੇ ਹੈਗੀ ਹੈ ਸੋ ਆਪਣੇ ਪੇਰੈਂਟਸ ਦੇ ਬੇਸ ਤੇ ਡੈਫੀਨਿਟਲੀ ਅਪਲਾਈ ਕਰ ਸਕਦੇ ਨੇ ਲੇਕਿਨ ਇਹ ਸੋਚਣ ਕਿ ਕੱਲੀ ਮੈਂ ਚੱਲ ਜਾ ਉਹ ਹਲੇ ਫਿਲਹਾਲ ਦੇ ਟ੍ਰੈਂਡ ਦੇ ਹਿਸਾਬ ਨਾਲ ਪੋਸੀਬਲ ਨਹੀਂ ਹੈ ਆਪਣੇ ਪੇਰੈਂਟਸ ਦੇ ਨਾਲ ਅਪਲਾਈ ਕਰ ਦੇਣ ਚਾਂਸਸ ਚਾਹੇ ਮਦਰ ਦੇ ਨਾਲ ਕਰ ਦੇਣ ਚਾਹੇ ਫਾਦਰ ਦੇ ਨਾਲ ਕਰ ਦੇਣ ਤਾਂ ਬਹੁਤ ਅੱਛੇ ਚਾਂਸਸ ਬਣਾਂਗੇ ਇਹਨਾਂ ਦੇ ਵੀਜ਼ਾ ਦੇ ਬਾਕੀ ਇਹਨਾਂ ਦੇ ਪੇਪਰ ਸੇ ਡਿਪੈਂਡ ਕਰੇਗਾ ਰਾਈਟ ਅੱਛਾ ਮੈਂ ਹੁਣ ਤੁਸੀਂ ਇੱਕ ਕਹਿ ਰਹੇ ਸੀ ਪੇਸ਼ੈਂਸ ਹੋਣਾ ਜੀ, ਜੀ, ਚਾਹੀਦਾ ਜੀ। ਬੰਦਿਆਂ ਦੇ ਵਿੱਚ ਤੇ ਟਾਈਮ ਅਗਰ ਮੈਂ ਮੈਕਸਿਮਮ ਟਾਈਮ ਪੁੱਛਾਂ ਜੀ। ਕਿੰਨੇ ਦੇਰ ਚ ਵੀਜ਼ਾ ਆ ਗਿਆ ਦੇਖੋ ਅੱਜ ਦੀ ਡੇਟ ਦੇ ਵਿੱਚ 1 ਮਹੀਨੇ ਦੇ ਅੰਦਰ ਅੰਦਰ ਵੀਜ਼ਾ ਆ ਰਿਹਾ Okay. ਬਟ ਗੱਲ ਇਹ ਹੈ ਕਿ ਕਈ ਵਾਰ ਫਾਈਲ ਹੁਣ ਐਮਬੈਸੀ ਦੇ ਕੰਮ ਹੈ ਐਮਬੈਸੀ ਦਾ ਕੰਮ ਐਮਬੈਸੀ ਹੀ ਜਾਣਦੀ ਕਿਸ ਬੇਸ ਤੇ ਫਾਈਲ ਅੰਦਰ ਰਹਿ ਜਾਂਦੀ ਹੈ ਸੋ ਕਈ ਵਾਰ ਹੋ ਜਾਂਦਾ ਹੈ 100 ਦੇ ਵਿੱਚੋਂ ਇੱਕ ਕੇਸ ਐਸਾ ਵੀ ਹੋ ਜਾਂਦਾ ਜਿਸ ਨੂੰ ਬਹੁਤ ਜ਼ਿਆਦਾ ਟਾਈਮ ਲੱਗ ਜਾਂਦਾ ਜੇ ਲੇਕਿਨ ਅਸੀਂ ਓਵਰਆਲ ਦੇਖਿਆ ਜਾਏ ਤਾਂ 1 ਮਹੀਨੇ ਦੇ ਅੰਦਰ ਅੰਦਰ ਅੱਜ ਦੀ ਡੇਟ ਦੇ ਵਿੱਚ ਸਾਨੂੰ ਰਿਜ਼ਲਟ ਦੇਖਣ ਨੂੰ ਮਿਲ ਰਿਹਾ ਹੈ ਮਿਲ ਜਾਂਦਾ ਹੈ ਜੀ, ਠੀਕ ਹੈ ਜੀ ਜੀ। ਇੱਕ ਨਾ ਪ੍ਰੋਫਾਈਲ ਅਮਿਤ ਜੀ ਮੇਰੇ ਕੋ ਵੀ ਹੈਗੀ ਆ ਮੈਂ ਜੀ। ਉਹਦੇ ਬਾਰੇ ਚਲੋ ਗੱਲਬਾਤ ਕਰ ਲੈਂਦੇ ਮੈਂ ਜੀ। ਕਿਤੇ ਪੜਿਆ ਸੀਗਾ ਜਾਂ ਜੀ। ਮੇਰੇ ਦਿਮਾਗ 'ਚ ਆ ਰਹੀ ਹੈ ਜਿੱਦਾਂ ਕਿ ਇੱਕ ਛੋਟਾ ਭਰਾ ਬਾਹਰ ਚਲਾ ਗਿਆ ਵੱਡਾ ਇੱਥੇ ਰਹਿ ਗਿਆ ਉਹ ਆਪਣਾ ਬਿਜ਼ਨਸ ਕਰ ਰਿਹਾ ਹੈ ਚੰਗਾ ਭਲਾ ਬਿਜ਼ਨਸ ਕਰ ਰਿਹਾ ਜੀ। ਔਰ ਮਦਰ ਨੇ ਫਾਦਰ ਨਹੀਂ ਨੇ ਜੀ। ਤੇ ਉਹ ਛੋਟਾ ਭਰਾ ਮਦਰ ਦਾ ਵੀ ਲਗਾਉਂਦਾ ਭਰਾ ਦਾ ਵੀ ਇਕੱਠੇ ਲਗਾਉਂਦਾ ਹੈ ਬਟ ਜੀ। ਉਹ ਭਰਾ ਦਾ ਰਿਜੈਕਸ਼ਨ ਆਇਆ ਤਾਂ ਮਦਰ ਦਾ ਵੀਜ਼ਾ ਆ ਜੀ 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 ਫਿਰ ਉਹ ਸੋਚਦਾ ਚਲੋ ਆਸਟ੍ਰੇਲੀਆ ਜਾ ਕੇ ਦੇਖ ਲੈਣਾ ਜੀ, ਜੀ। ਉੱਥੇ ਦੀ ਟਰੈਵਲ ਹਿਸਟਰੀ ਜਿਹਨੂੰ ਅਸੀਂ ਕਹਿੰਦੇ ਜੀ 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 ਆਸਟ੍ਰੇਲੀਆ ਦਾ ਲੱਗ ਗਿਆ ਜਿੱਦਾਂ ਹੀ ਆਸਟ੍ਰੇਲੀਆ ਤੋਂ ਵਾਪਸ ਆਇਆ ਜੀ। ਉਹਨੇ ਦੁਬਾਰਾ ਤੋਂ ਕੈਨੇਡਾ ਦਾ ਕੈਨੇਡਾ। ਲਗਾਇਆ ਫਿਰ ਜੀ। ਰਿਜੈਕਸ਼ਨ ਆ ਜੀ ਗਿਆ ਜੀ 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 ਤੇ ਫਿਰ ਉਸ ਤੋਂ ਬਾਅਦ 3 ਵਾਰੀ ਰਿਜੈਕਸ਼ਨ ਮਿਸਟਰ ਵੀਜ਼ਾ ਤੇ ਆ ਗਿਆ ਮਤਲਬ ट्रैवल हिस्ट्री भी दिखा दी मदर दे बेस पे भी लगा लिया तो एक ही हिसाब है फाइलिंग नहीं हो पाई लैक ऑफ नॉलेज है कंसल्टेंट ਨੂੰ ਔਰ ਪਤਾ ਨਹੀਂ ਲੱਗ ਪਾ ਰਿਹਾ ਕਿ ਕਿਹੜੀ ਚੀਜ਼ ਕਿੱਥੇ ਲਾਣੀ ਹੈ ਦੇਖੋ ਜਦੋਂ ਪਹਿਲੀ ਵਾਰ ਰਿਜੈਕਸ਼ਨ ਆਈ ਉਸ ਸਮੇਂ ਤੁਹਾਡੀ ਫਾਈਲ ਕਿਸ ਤਰ੍ਹਾਂ ਪ੍ਰੈਜ਼ੈਂਟ ਕੀਤੀ ਗਈ ਸੀ ਆਸਟ੍ਰੇਲੀਆ ਦਾ ਵੀਜ਼ਾ ਔਰ ਕੈਨੇਡਾ ਦਾ ਵੀਜ਼ਾ ਜਾਂ ਫਿਰ ਯੂਐਸ ਦਾ ਵੀਜ਼ਾ ਐਸੇ ਵੀ ਲੋਕ ਨੇ ਜਿਨ੍ਹਾਂ ਦੇ ਬਹੁਤ ਵੱਡੀਆਂ ਟਰੈਵਲ ਹਿਸਟਰੀ ਨੇ ਫਿਰ ਵੀ ਉਹਨਾਂ ਨੂੰ ਕੈਨੇਡਾ ਰਿਫਿਊਜ਼ ਕਰ ਦਿੰਦਾ ਹੈ। ਸਿਰਫ ਇਸ ਵਜ੍ਹਾ ਤੋਂ ਕਿ ਤੁਹਾਡੀ ਫਾਈਲ ਦੀ ਪ੍ਰੈਜ਼ੈਂਟੇਸ਼ਨ ਸਹੀ ਨਹੀਂ ਹੈਗੀ ਜਿਹੜੀ ਤੁਸੀਂ ਸਪਾਂਸਰ ਲਗਾਈ ਸੀ ਉਹ ਹੀ ਸਹੀ ਨਹੀਂ ਹੈਗੀ ਸੋ ਇਹ ਚੀਜ਼ ਵੀ ਡਿਪੈਂਡ ਕਰੇਗੀ ਇੱਕ ਵਾਰ ਫਾਈਲ ਪਹਿਲੇ ਜਿਹੜੀ ਲਗਾਈ ਸੀ ਉਹਦਾ ਰੈਫਰੈਂਸ ਅੱਗੇ ਕੀ ਗਿਆ ਕਿਤੇ ਉਹਦੇ ਵਿੱਚ ਕੋਈ ਇਹ ਤਾਂ ਨਹੀਂ ਕਿ ਪਹਿਲੇ ਕੁਝ ਹੋਰ ਦਿਖਾਇਆ ਗਿਆ ਸੀਗਾ ਅਗਲੀ ਵਾਰ ਕੁਝ ਹੋਰ ਦਿਖਾਇਆ ਗਿਆ ਸੋ ਇਹ ਜਿਹੜਾ ਮੈਟਰ ਹੈਗਾ ਇਹ ਫਾਈਲਿੰਗ ਦਾ ਮੈਟਰ ਹੈਗਾ ਔਰ ਉਹਦੇ ਵਿੱਚ ਸਾਰੇ ਕਾਗਜ਼ਾਤ ਦੇਖ ਕੇ ਹੀ ਅਸਲੀ ਕਾਰਨ ਦੱਸਿਆ ਜਾ ਸਕਦਾ ਪਰ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਆਸਟ੍ਰੇਲੀਆ ਤੋਂ ਵੀਜ਼ਾ ਮਿਲ ਗਿਆ ਸੀਗਾ ਤਾਂ ਡੈਫੀਨਿਟਲੀ ਇਸ ਕੇਸ ਦੇ ਵਿੱਚ ਵੀ ਕੈਨੇਡਾ ਦੇ ਵਿੱਚ ਉਹਨਾਂ ਦਾ ਵੀਜ਼ਾ ਆ ਸਕਦਾ ਜੀ ਜੀ ਬਿਲਕੁਲ ਤੇ ਕਿੰਨੇ ਕੁ ਫੰਡ ਜਿਹੜੇ ਹੋਣੇ 올ਡ ਫੰਡ ਦਿਖਾਣੇ ਪੈਂਦੇ ਕਿੰਨੇ ਦੇਖੋ 올ਡ ਦਾ ਅੱਜ ਦੀ ਡੇਟ ਦੇ ਵਿੱਚ ਕੋਈ ਐਡਾ ਵੱਡਾ ਮਸਲਾ ਨਹੀਂ ਹੈਗਾ ਜੇ ਤੁਹਾਡੇ ਕੋਲ ਨਵੇਂ ਵੀ ਫੰਡ ਹੈਗੇ 15-20 ਦਿਨ 1 ਮਹੀਨਾ ਪੁਰਾਣੇ ਵੀ ਹੈਗੇ ਤਾਂ ਵੀ ਉਸ ਦੇ ਬੇਸ ਤੇ ਵੀ ਤੁਹਾਨੂੰ ਐਮਬੈਸੀ ਜਿਹੜਾ ਹੈਗਾ ਅੱਜ ਦੀ ਡੇਟ ਦੇ ਵਿੱਚ ਐਕਸੈਪਟ ਕਰ ਰਹੀ ਹੈ ਠੀਕ ਹੈ ਹੁਣ ਥੋੜਾ ਪ੍ਰੋਸੈਸ ਬਾਰੇ ਗੱਲਬਾਤ ਕਰ ਲੈਂਦੇ ਮੇਰੇ ਕੋਲ ਟਾਈਮ ਭਾਵੇਂ ਥੋੜਾ ਘੱਟ ਹੈ ਕਿ ਜੀ। ਕਿੱਦਾਂ ਪ੍ਰੋਸੈਸ ਜਾਂਦਾ ਮਤਲਬ ਤੁਹਾਨੂੰ ਕਿਹੜੇ ਡਾਕੂਮੈਂਟਸ ਚਾਹੀਦੇ ਆ ਜੀ। ਤੇ ਪ੍ਰੋਸੈਸ ਤੁਸੀਂ ਤੁਹਾਡੇ ਵੱਲੋਂ ਕਿੱਦਾਂ ਕੀਤਾ ਜਾਂਦਾ ਤੇ ਟ੍ਰਾਂਸਪੇਰੈਂਸੀ ਕਿੰਨੀ ਹੈ ਜੀ ਦੇਖੋ ਬਿਲਕੁਲ ਹੀ ਲੌਜੀਕਲ ਪ੍ਰੋਸੈਸ ਹੈਗਾ ਕੋਈ ਉਲਝਣ ਵਾਲਾ ਪ੍ਰੋਸੈਸ ਨਹੀਂ ਹੈਗਾ ਪਹਿਲਾ ਨੰਬਰ ਤੁਹਾਡੀ ਇਨਕਮ ਦੇ ਸਾਰੇ ਪ੍ਰੂਫ ਹੋਣੇ ਚਾਹੀਦੇ ਨੇ Okay. ਇਨਕਮ ਦੇ ਪ੍ਰੂਫ ਦੂਸਰਾ ਨੰਬਰ ਤੁਹਾਡੇ ਸੇਵਿੰਗ ਦੇ ਪ੍ਰੂਫ ਹੋਣੇ ਚਾਹੀਦੇ ਨੇ ਤੀਸਰਾ ਨੰਬਰ ਜੋ ਤੁਸੀਂ ਕੰਮਕਾਜ ਕਰ ਰਹੇ ਹੋ ਕੁਝ ਕਰ ਰਹੇ ਹੋ ਜਿਸ ਤਰ੍ਹਾਂ ਤੁਸੀਂ ਦੱਸਿਆ ਕਿ 30 ਸਾਲ ਤੱਕ ਵਿਹਲਾ ਹੈਗਾ ਉਹਦਾ ਵੀਜ਼ਾ ਨਹੀਂ ਲੱਗਣਾ ਲੇਕਿਨ ਕੁਝ ਕਰ ਰਹੇ ਹੋ ਚਾਹੇ ਪ੍ਰਾਈਵੇਟ ਜੌਬ ਕਰ ਰਹੇ ਹੋ ਲੇਕਿਨ ਪ੍ਰਾਈਵੇਟ ਜੌਬ ਦੇ ਚਾਹੇ 25000 ਹੀ ਤਨਖਾਹ ਹੈ ਬਟ ਇੱਕ ਚੈਨਲ ਹੈਗਾ ਕਿ ਤੁਹਾਡੇ ਕੋਲ ਲੈਟਰ ਹੈਗੀ ਹੈ ਤੁਹਾਡੇ ਕੋਲ ਲੀਵ ਲੈਟਰ ਹੈਗੀ ਹੈ ਤੁਹਾਡੇ ਕੋਲ ਸੈਲਰੀ ਸਲਿੱਪ ਹੈਗੀ ਹੈ ਉਹ ਸਾਰੀ ਚੀਜ਼ਾਂ ਇੱਕ ਬਹੁਤ ਹੀ ਜੈਨੂਇਨ ਤਰੀਕੇ ਦੇ ਨਾਲ ਜਿਹੜੀ ਐਮਬੈਸੀ ਦੇ ਵਿੱਚ ਪੇਸ਼ ਕੀਤੀਆਂ ਜਾਣੇ 3-4 ਚੀਜ਼ਾਂ ਬਹੁਤ ਜ਼ਿਆਦਾ ਕੋਈ ਲੈਂਥੀ ਪ੍ਰੋਸੈਸ ਵੀ ਨਹੀਂ ਹੈਗਾ ਫਾਈਲਿੰਗ ਦਾ ਹਾਲਾਂਕਿ ਸਾਨੂੰ ਪੂਰਾ ਦਿਨ ਲੱਗ ਜਾਂਦਾ ਇੱਕ ਬੰਦੇ ਦੀ ਫਾਈਲ ਕਰਨ ਦੇ ਵਿੱਚ ਲੇਕਿਨ ਅਗਰ ਐਪਲੀਕੈਂਟ ਗਏ ਤਾਂ ਉਹਨੂੰ ਮੈਨੂੰ ਲੱਗਦਾ ਉਹਦੇ ਦੀ ਕੋਈ ਅੱਧੇ ਘੰਟੇ ਦਾ ਕੰਮ ਹੈ ਕਿਉਂਕਿ ਉਸਦੇ ਆਪਣੇ ਹੀ ਡਾਕੂਮੈਂਟਸ ਨੂੰ ਅਸੀਂ ਇਹ ਨਹੀਂ ਕਹਿ ਰਹੇ ਕਿ ਕਿਤੋਂ ਡਾਕੂਮੈਂਟ ਬਣਵਾ ਕੇ ਲੈ ਕੇ ਆਏ ਕੋਈ ਫੇਕ
ਫੇਕ ਡਾਕੂਮੈਂਟ ਲੈ ਕੇ ਆਪਣੇ ਹੀ ਡਾਕੂਮੈਂਟ ਤੁਸੀਂ ਸ਼ੇਅਰ ਕਰਨੇ ਨੇ। ਆਪਣੇ ਡਾਕੂਮੈਂਟ ਅੱਜ ਦੀ ਡੇਟ ਦੇ ਵਿੱਚ ਹਰ ਕਿਸੇ ਕੋਲ PDF ਨਹੀਂ ਉਹਦੀ ਪਈ ਹੁੰਦੀ ਹੈ, ਜੇ ਨਹੀਂ ਪਈ ਹੋਈ ਤਾਂ ਫਿਰ ਵੀ ਅਗਰ ਤੁਸੀਂ ਵੀਜ਼ਾ ਨਹੀਂ ਵੀ ਅਪਲਾਈ ਕਰਨਾ ਤਾਂ ਵੀ ਮੈਨੂੰ ਲੱਗਦਾ ਹੈ ਉਹ ਸੇਵ ਕਰਕੇ ਰੱਖਣੀ ਚਾਹੀਦੀ ਹੈ। ਔਰ ਐਜ਼ ਇਟ ਇਜ਼ ਤੁਹਾਡੇ ਆਪਣੇ ਆਧਾਰ ਕਾਰਡ, ਪਾਸਪੋਰਟ, ਜਿਹੜੇ ਮੈਂ ਡਾਕੂਮੈਂਟ ਕਹੇ ਉਹ ਤੁਸੀਂ ਸ਼ੇਅਰ ਕਰੋ। ਔਰ ਜੇ ਤੁਸੀਂ ਅਪਲਾਈ ਕਰਦੇ ਹੋ ਤਾਂ ਜਿਸ ਤਰ੍ਹਾਂ ਮੈਂ ਦੱਸਿਆ ਅੱਜ 1 ਮਹੀਨੇ ਦੇ ਵਿੱਚ ਤੁਹਾਨੂੰ ਜਿਹੜਾ ਹੈਗਾ ਤੁਹਾਡਾ ਰਿਜ਼ਲਟ ਔਰ ਹੋ ਸਕਦਾ ਪੋਜ਼ਿਟਿਵ ਰਿਜ਼ਲਟ ਹੀ ਮਿਲੇ, ਜਿਸ ਤਰ੍ਹਾਂ ਦਾ ਅੱਜ ਕੱਲ੍ਹ ਟ੍ਰੈਂਡ ਚੱਲ ਰਿਹਾ ਹੈ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ ਫॉर ਕਮਿੰਗ। ਥੈਂਕ ਯੂ। ਐਂਡ ਜੇਕਰ ਕੋਈ ਵੀ ਤੁਹਾਡਾ ਸਵਾਲ ਰਹਿ ਗਿਆ ਹੋਵੇ ਥੱਲੇ ਦਿੱਤੇ ਗਏ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਹੋ। ਹਮੇਸ਼ਾ ਮੈਂ ਕਹਿੰਦੀ ਹੁੰਦੀ ਹਾਂ ਗਲਤ ਰਾਹ ਨਾ ਪਿਆ ਕਰੋ, ਸਹੀ ਰਾਹ ਹੀ ਜਾਇਆ ਕਰੋ। ਤਾਂ ਹੁਣ ਮੈਨੂੰ ਤੇ ਇਜਾਜ਼ਤ, ਸਤਿ ਸ਼੍ਰੀ ਅਕਾਲ।